ਅੱਜ ਮੇਰੇ ਨਾਲ ਨੇ ਇੱਕ ਬਹੁਤ ਉੱਘੀ ਸ਼ਖਸੀਅਤ ਇੰਸਪੈਕਟਰ ਰਾਮਦਿਆਲ ਜੀ। ਇਹਨਾਂ ਦੀ ਕਹਾਣੀ ਦੇ ਪਿੱਛੇ ਇੱਕ ਬਹੁਤ ਪੀੜ ਛੁਪੀ ਹੋਈ ਹੈ। ਜਰਮਨੀ ਦੇ ਵਿੱਚ ਜਿਹੜਾ ਹਾਦਸਾ ਵਾਪਰਦਾ ਇਹ ਡਿਊਰਿੰਗ ਡਿਊਟੀ ਵਾਪਰਦਾ। ਬੇਸਿਕਲੀ ਮੈਂ ਉੱਥੇ ਛੁੱਟੀ ਤੇ ਸੀਗਾ, ਉਹਦੇ ਟਰੈਪ 'ਚ ਆ ਗਿਆ ਟ੍ਰੇਨ ਦੇ 40 ਯਾਰਡ ਤੱਕ ਸਕਿਡ ਹੁੰਦਾ ਚਲਾ ਗਿਆ। ਇਹ ਲੱਤ ਮੇਰੀ ਬਾਰ-ਬਾਰ ਕੱਟੀ ਗਈ, ਇਹ ਰਿਬਸ ਟੁੱਟ ਗਈਆਂ, ਇਹ ਬਾਂਹ 7 ਜਗ੍ਹਾ ਤੋਂ ਟੁੱਟ ਗਈ ਔਰ ਹੈਡ ਇੰਜਰੀ ਬਹੁਤ ਜ਼ਿਆਦਾ ਸੀ। ਆਈ ਰਿਮੇਨਡ ਇਨ ਕੋਮਾ ਸੋ ਮੈਨੀ ਡੇਜ਼। ਇਹ ਸਾਰੇ ਦੇਖ ਕੇ ਇਹ ਦੇਖ ਰਹੇ ਸੀ ਕਿ ਬਚ ਨਹੀਂ ਸਕਦਾ। ਤੇ ਟੀਵੀ ਤੇ ਆਇਆ ਸੀਗਾ ਹਾਦਸੇ ਬਾਰੇ, ਤੇ ਉਹ ਸੁਣ ਕੇ ਆਏ, ਉਹ ਵੀ ਤਿਆਰੀ ਕਰ ਰਹੇ ਸੀਗੇ ਕਿ ਇਹਦੀ ਬੋਡੀ ਨੂੰ ਕਿਵੇਂ ਭੇਜਣਾ ਹੈ ਇੰਡੀਆ। ਪਰ ਹੌਲੀ ਸਰਵਾਈਵ ਕਰ ਗਿਆ। ਬਿਲਕੁਲ weight ਮੇਰਾ 30-32 ਕਿਲੋ ਦੇ ਕਰੀਬ ਸੀਗਾ। ਹੈਡ ਮੈਂ ਚੁੱਕ ਨਹੀਂ ਸਕਦਾ ਸੀ। ਤਾਂ ਇਹ ਵੀ ਕਿਸੇ ਨੇ ਦਿਖਾਇਆ ਕਿ ਹੁਣ ਤੂੰ ਚੱਲ ਨਹੀਂ ਸਕਦਾ, ਵੀ ਦੋਨੋਂ ਤੇਰੇ ਲੱਤਾਂ ਹੈ ਨਹੀਂ ਹੁਣ। ਤੇ ਤੁਸੀਂ ਆਪਣੇ ਆਪ ਨੂੰ ਸੰਭਾਲਿਆ ਕਿਵੇਂ ਕਿ ਮੈਂ ਬਕਾਇਦਾ ਤੌਰ ਤੇ ਇੱਕ ਨਾਰਮਲ ਜੀਵਨ ਜਿਵੇਂ ਆਮ ਵਿਅਕਤੀ ਦਾ ਹੁੰਦਾ ਮੈਂ ਉਸ ਤਰ੍ਹਾਂ ਦਾ ਜਿਉਣਾ ਹੈ, ਉਸ ਸਥਿਤੀ ਦੇ ਵਿੱਚ ਕਿਵੇਂ ਆਏ? ਇਹ ਜ਼ਿੰਦਗੀ ਨਾਲ ਲੜਨਾ ਹੈ। ਅਪਾਹਜ ਤੂੰ ਹੋ ਗਿਆ ਤੇ ਇਹਨੂੰ ਮੰਨ ਔਰ ਇਹਨੂੰ ਜੀਣਾ ਕਿੱਦਾਂ, ਇਹਦੀ ਆਪਾਂ ਸੋਚ ਕਰਦੇ ਹਾਂ, ਪਲਾਨ ਕਰਦੇ ਹਾਂ, ਗੱਲ ਕਰਦੇ ਹਾਂ। ਤੇ ਉਹਨਾਂ ਨੇ ਇੱਕ ਆਈਡੀਆ ਦਿੱਤਾ ਸੀ। 6 ਮਹੀਨੇ ਉਹਨਾਂ ਨੇ ਮੈਨੂੰ ਸੰਭਾਲਿਆ, ਨਾਲ ਈਵਨ ਗਰਾਊਂਡ 'ਚ ਲੈ ਜਾਂਦੇ ਸੀ, ਕਰਚੇਜ਼ ਨਾਲ ਚੱਲਣਾ ਸਿਖਾਇਆ। ਬੱਚਾ ਜਦੋਂ ਚੱਲਦਾ ਨਾ ਦੁਬਾਰਾ ਤੋਂ ਸਿੱਖਦਾ। ਡਿਸੇਬਲ ਲਾਈਫ ਇੱਦਾਂ ਦੀ ਹੈ ਕਿ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਉਹਨਾਂ ਨੇ ਇੱਕ ਆਈਡੀਆ ਦਿੱਤਾ, ਜਿਹੜਾ ਆਈਡੀਆ ਸਰਵਾਈਵ ਕੀਤਾ। ਉਹਨਾਂ ਨੇ ਕਿਹਾ ਕਿ ਰਾਮਦਿਆਲ ਹੁਣ ਨਾ ਤੂੰ ਦੂਸਰਿਆਂ ਲਈ ਜੀਣਾ ਸ਼ੁਰੂ ਕਰ, ਜੇ ਕਰ ਸਕਦਾ। ਉਹ ਮੇਰੇ ਅੰਦਰ ਵਸ ਗਿਆ ਕਿ ਮੈਂ ਉੱਥੇ ਦੇਖਿਆ ਸਾਡੇ ਪ੍ਰਾਇਮਰੀ ਸਕੂਲ ਜਿੱਥੇ ਮੈਂ ਪੜ੍ਹਿਆ, ਜਿੱਥੇ ਉਹ ਪੜ੍ਹੇ ਨੇ, ਉਸ ਸਕੂਲ ਦੇ ਵਿੱਚ ਵੀ 5ਵੀਂ ਤੱਕ ਦੀ ਕਲਾਸ ਦੇ ਕਈ ਬੱਚੇ ਉਸ ਦਿਨ ਨੰਗੇ ਪੈਰੀਂ ਆਏ ਹੋਏ ਸੀ ਸਕੂਲ। ਤੇ ਮੈਂ ਖੁਦ ਵੀ ਨੰਗੇ ਪੈਰੀਂ ਜਾਂਦਾ ਰਿਹਾ ਪੜ੍ਹਨ, ਮੇਰੇ ਭਰਾ ਵੀ। ਅਸੀਂ ਉਸ ਸਿਚੁਏਸ਼ਨ 'ਚੋਂ ਨਿਕਲੇ ਸੀ, ਗਰੀਬੀ ਵਾਲੀ। ਮੈਂ ਉਹਨਾਂ ਲਈ ਕਾਪੀਆਂ ਲੈ ਜਾਣੀਆਂ, ਪੈਨ ਪੈਨਸਲਾਂ ਲੈ ਜਾਣੀਆਂ, ਵਰਦੀਆਂ ਲੈ ਜਾਣੀਆਂ। ਸਾਡੀ ਮਦਰ ਐਵੇਂ ਕਰਦੇ ਹੁੰਦੇ ਸੀ। ਪਰ ਉਹ ਪਾਸ ਹੋਏ ਜਿਹੜੇ ਬੱਚੇ ਫਸਟ ਆਏ ਉਹਨਾਂ ਨੂੰ। ਪਰ ਮੇਰਾ ਜਿਹੜਾ ਵਧਿਆ, ਫਿਰ ਇੱਕ ਤੋਂ ਦੂਸਰਾ ਪਿੰਡ, ਦੂਸਰੇ ਤੋਂ ਤੀਸਰਾ ਪਿੰਡ, ਤੇ ਮੈਨੂੰ ਹੌਲੀ ਸਮਝ ਆਇਆ ਕਿ ਇਹ ਐਜੂਕੇਸ਼ਨ ਨੇ ਹੀ ਮੈਨੂੰ UN ਤੱਕ ਪਹੁੰਚਾਇਆ। ਵਾਹ 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 ਵਾਹ। ਉਹ ਥੋੜ੍ਹਾ ਬਹੁਤਾ ਸਮਾਨ ਰੱਖਣਾ ਵਿੱਚ, ਜਿੰਨੇ ਵੀ ਮਤਲਬ ਇਕੱਠੇ ਕਰਕੇ ਉਹਨਾਂ ਨੂੰ ਪਾਉਣਾ। ਉਹਨਾਂ ਨੂੰ ਮਦਨ ਜੀ, ਮੈਂ ਰਿਐਲਿਟੀ ਅੱਜ ਵੀ ਮੈਂ ਇਹ ਫੀਲਿੰਗ ਲੈਣੀ ਚਾਹੁੰਦਾ ਕੰਟੀਨਿਊਸਲੀ ਕਿ ਉਹਨਾਂ ਨੂੰ ਪਤਾ ਨਹੀਂ ਕੀ ਮਿਲਦਾ ਜਦੋਂ ਮੈਂ ਕੁਛ ਦੇਣ ਦੀ ਕੋਸ਼ਿਸ਼ ਕਰਦਾ, ਜਾਂ ਮੇਰੇ ਭਰਾ ਲੈ ਕੇ ਜਾਂਦੇ। ਹੁਣ ਤਾਂ ਬਹੁਤ ਵੱਡਾ ਹੋ ਗਿਆ, ਬਟ ਮੈਨੂੰ ਜੋ ਰਿਵਾਉਂਡ ਹੋ ਕੇ ਮਿਲਦਾ ਨਾ, ਦੈਟ ਇਜ਼ ਦ ਨੈਕਟਰ। ਉਹ ਆ ਅੰਮ੍ਰਿਤ। ਉਹ ਇੱਕ ਦਵਾਈ, ਉਹ ਇੱਕ ਕਹਿ ਲਓ ਆਨੰਦ। ਬੇਸਿਕਲੀ ਅਸੀਂ ਗਵਰਨਮੈਂਟ ਸਕੂਲਾਂ ਦੇ ਹੀ ਬੱਚਿਆਂ ਨੂੰ ਸਪੋਰਟ ਕਰਦੇ, ਸਪੋਰਟ ਕਰਦੇ ਹਾਂ। ਇਨ ਦਾ ਸ਼ੇਪ ਉਹਨਾਂ ਦੇ ਵਿੱਚ ਅਲੱਗ-ਅਲੱਗ ਪ੍ਰੋਗਰਾਮਿੰਗ ਨੇ ਸਾਡਾ, ਕਿ 4 ਸਟੈਪ ਨੇ ਐਜੂਕੇਸ਼ਨ ਦੇ। ਫਸਟ ਹੈਗਾ ਜਿਹੜਾ ਕਦੇ ਸਕੂਲੇ ਨਹੀਂ ਜਾਂਦਾ, ਉਹ ਵੀ ਐਜੂਕੇਟਡ ਹੁੰਦਾ। ਦੂਸਰਾ ਆ ਕੋਈ ਪੜ੍ਹਾਉਂਦਾ ਤੇ ਅਗਲਾ ਪੜ੍ਹਦਾ, ਸਟੂਡੈਂਟ ਤੇ ਟੀਚਰ ਵਾਲਾ ਰਿਲੇਸ਼ਨ ਆ। ਉਸ ਤੋਂ ਅੱਗੇ ਹੁਸ਼ਿਆਰ ਬੱਚੇ ਨਿਕਲਦੇ ਨੇ ਜਿਹੜੇ ਇਹ ਦੇਖ ਲੈਂਦੇ ਨੇ ਕਿ ਟੀਚਰ ਕਿੱਥੋਂ ਪੜ੍ਹਾ ਰਿਹਾ। ਉਹ ਲੱਭ ਲੈਂਦੇ ਨੇ ਕਿਤਾਬ ਤੋਂ ਪੜ੍ਹਾ ਰਿਹਾ, ਕਿਤਾਬ ਪੜ੍ਹਦੇ ਨੇ, ਉਹ ਕਿਤਾਬਾਂ ਨਾਲ ਪ੍ਰੇਮ ਕਰਦੇ ਨੇ। ਜਿਹੜਾ ਤੀਜੇ ਸਟੈਪ ਤੇ ਪਹੁੰਚ ਜਾਂਦਾ ਹੈ, ਉਹਨੂੰ ਮੈਂ ਤੀਜੇ ਸਟੈਪ ਦੀ ਗੱਲ ਕਰਕੇ ਅਗਲਾ ਸਟੈਪ ਦੱਸਦਾ ਕਿ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ, ਚੰਗੀਆਂ ਕਿਤਾਬਾਂ ਪੜ੍ਹ ਕੇ, ਆਹ ਝੋਲੇ ਵਾਲੀਆਂ ਜਿਹੜਾ ਬੈਗ ਦੀਆਂ ਕਿਤਾਬਾਂ ਪੜ੍ਹ ਕੇ ਹੀ ਤੁਸੀਂ ਅੱਗੇ ਜਾਣਾ। ਐਜੂਕੇਸ਼ਨ ਦੇ ਡਾਕਟਰ ਬਣ ਗਏ ਤੇ ਤੁਹਾਨੂੰ ਇੰਨਾ ਕੁ ਸਮਝ ਆ ਜਾਣਾ ਕਿ ਮੈਂ ਕੁਛ ਵੀ ਨਹੀਂ ਜਾਣਿਆ ਹਾਲੇ। ਦੁਨੀਆ ਦਾ ਬਹੁਤ ਵੱਡਾ ਫਿਨੋਮੇਨਾ ਆ, ਅਨੰਤ, ਅਗੰਮ, ਅਗੋਚਰ, ਅਲਕ ਅਪਾਰਾ। ਇਹਦੇ ਵਿੱਚੋਂ ਥੋੜਾ ਜਿਹਾ ਹੀ ਮੈਂ ਜਾਣਿਆ। ਸਵਾਗਤ ਹੈ ਤੁਹਾਡਾ ਸਾਂਝਾ ਟੀਵੀ 'ਚ। ਮੈਂ ਹਾਂ ਮਦਨਦੀਪ ਔਰ ਤੁਸੀਂ ਦੇਖ ਰਹੇ ਹੋ ਮੇਰਾ ਵੀਕਲੀ ਪ੍ਰੋਗਰਾਮ ਸਟ੍ਰੇਟ ਟਾਕ, ਜਿਹਦੇ ਵਿੱਚ ਅਸੀਂ ਖਾਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਂਦੇ ਹਾਂ, ਚਾਹੇ ਉਹ ਸਿਆਸੀ ਸ਼ਖਸੀਅਤ ਹੋਵੇ, ਚਾਹੇ ਸਮਾਜਿਕ ਸ਼ਖਸੀਅਤ ਹੋਵੇ ਕੋਈ, ਜਾਂ ਫਿਰ ਕੋਈ ਖਾਸ ਜਿਨ੍ਹਾਂ ਦੀ ਕੋਈ ਉਪਲਬਧੀ ਹੋਵੇ, ਅਸੀਂ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਉਣੇ ਹੈ। ਔਰ ਅੱਜ ਮੇਰੇ ਨਾਲ ਨੇ ਇੱਕ ਬਹੁਤ ਉੱਘੀ ਸ਼ਖਸੀਅਤ ਇੰਸਪੈਕਟਰ ਰਾਮਦਿਆਲ ਜੀ। ਇੰਸਪੈਕਟਰ ਰਾਮਦਿਆਲ ਚੰਡੀਗੜ੍ਹ ਪੁਲਿਸ ਦੇ ਵਿੱਚ ਤਾਇਨਾਤ ਨੇ ਔਰ ਇਹਨਾਂ ਦੀ ਕਹਾਣੀ ਦੇ ਪਿੱਛੇ ਇੱਕ ਬਹੁਤ ਪੀੜ ਛੁਪੀ ਹੋਈ ਹੈ।
ਇੱਕ ਦਰਦ ਛਿਪਿਆ ਹੋਇਆ ਹੈ। ਉਹ ਕਹਾਣੀ ਕੀ ਹੈ ਅਸੀਂ ਇਹਨਾਂ ਤੋਂ ਵੀ ਸੁਣਾਂਗੇ। ਥੋੜ੍ਹੀ ਜਿਹੀ ਮੈਂ ਤੁਹਾਨੂੰ ਆਪਣੇ ਵੱਲੋਂ ਦੱਸ ਦਿੰਦਾ ਆ ਕਿ ਇਹ ਗੱਲ ਹੈਗੀ ਹੈ 1998 ਦੀ। 1998 ਦੇ ਵਿੱਚ ਇਹਨਾਂ ਨੂੰ ਤੈਨਾਤ ਕੀਤਾ ਗਿਆ ਸੀ ਯੂਐਨਓ ਯੂਗੋਸਲਾਵੀਆ 'ਚ ਇਹਨਾਂ ਨੂੰ ਯੂਐਨਓ 'ਚ ਤੈਨਾਤ ਕੀਤਾ ਗਿਆ ਸੀ। ਔਰ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ ਇਹ ਜਰਮਨੀ ਜਾਂਦੇ ਆ ਡਿਊਟੀ ਦੇ ਸੰਬੰਧ ਦੇ ਵਿੱਚ। ਉੱਥੇ ਜਾ ਕੇ ਇੱਕ ਰੇਲ ਹਾਦਸਾ ਵਾਪਰ ਜਾਂਦਾ ਆ ਔਰ ਉਹਦੇ ਵਿੱਚ ਇਹਨਾਂ ਦੀਆਂ ਦੋਹੇ ਲੱਤਾਂ ਚਲੀਆਂ ਜਾਂਦੀਆਂ ਨੇ। ਇਹ ਇੰਨਾ ਦਰਦ ਭਰਿਆ ਹਾਦਸਾ ਸੀ ਕਿ ਜਿਸ ਇੱਕ ਪੁਲਿਸ ਆਫੀਸਰ ਦੇ ਦੋਨੋਂ ਲੱਤਾਂ ਹੀ ਚਲੀਆਂ ਜਾਣ, ਉਹ ਪੁਲਿਸ ਆਫੀਸਰ ਦੇ ਉਹਦੇ ਭਵਿੱਖ 'ਤੇ ਹੀ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ਕਿ ਅੱਗੇ ਜਾ ਕੇ ਉਹ ਕਰੇਗਾ ਕੀ, ਉਹਦਾ ਜੀਵਨ ਕੀ ਹੈ। ਇੱਕ ਅੰਧਕਾਰ ਸਾਹਮਣੇ ਨਜ਼ਰ ਆਉਂਦਾ ਆ ਔਰ ਸਾਹਮਣੇ ਨਜ਼ਰ ਆਉਂਦਾ ਹੈ ਕਿ ਡੂੰਘੇ ਖੂਹ ਦੇ ਵਿੱਚ ਬੰਦਾ ਡਿੱਗ ਪੈਂਦਾ ਹੈ, ਕਿਸੇ ਡੂੰਘੀ ਖੱਡ 'ਚ ਬੰਦਾ ਫਸ ਜਾਂਦਾ ਆ ਤਾਂ ਉਹਨੂੰ ਕੱਢਣ ਵਾਲਾ ਕੋਈ ਨਹੀਂ। ਕੁਝ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ। ਪਰ ਇੰਸਪੈਕਟਰ ਰਾਮਦਿਆਲ ਨੇ ਦਿਲ ਨਹੀਂ ਛੱਡਿਆ, ਜੀਵਨ ਨੂੰ ਤਿਆਗਿਆ ਨਹੀਂ, ਜੀਵਨ ਨੂੰ ਜਿਉਣ ਦਾ ਫੈਸਲਾ ਕੀਤਾ। ਉਹਨਾਂ ਨੇ ਫੈਸਲਾ ਕੀਤਾ ਕਿ ਚਾਹੇ ਕੁਛ ਵੀ ਹੋ ਜਾਣ, ਚਾਹੇ ਮੇਰੀਆਂ ਲੱਤਾਂ ਹਨ ਜਾਂ ਨਹੀਂ ਹਨ, ਮੈਂ ਆਪਣਾ ਜੀਵਨ ਭਰਪੂਰ ਜੀਵਾਂਗਾ। ਔਰ ਇਹਨਾਂ ਨੇ ਲਗਾਤਾਰ ਸੰਘਰਸ਼ ਕੀਤਾ। ਇੰਸਪੈਕਟਰ ਦੀ ਤੈਨਾਤੀ ਇਹਨਾਂ ਨੂੰ ਸੀ, ਇਹ ਤੈਨਾਤ ਸੀਗੇ ਪੁਲਿਸ 'ਚ, ਚੰਡੀਗੜ੍ਹ ਪੁਲਿਸ 'ਚ ਵਾਪਸ ਆਏ, ਆਪਣੀ ਡਿਊਟੀ ਨੂੰ ਬੜੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਰਹੇ। ਕੇਵਲ ਇਹੀ ਨਹੀਂ ਕਿ ਇਹਨਾਂ ਨੇ ਨੌਕਰੀ ਕੀਤੀ ਪੁਲਿਸ ਦੀ, ਕੇਵਲ ਇਹੀ ਨਹੀਂ ਕਿ ਇਹਨਾਂ ਨੇ ਸਿਰਫ ਪੁਲਿਸ ਦੀ ਅਫਸਰੀ ਕੀਤੀ ਹੈ, ਇਹਨਾਂ ਨੇ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਹੈ, ਇਹਨਾਂ ਨੇ ਲੋਕ ਸੇਵਾ ਦਾ ਬੀੜਾ ਚੁੱਕਿਆ, ਇਹਨਾਂ ਨੇ ਸਮਾਜ ਸੇਵਾ ਦਾ ਬੀੜਾ ਚੁੱਕਿਆ। ਔਰ ਪਿਛਲੇ 23 ਸਾਲ ਤੋਂ ਹਜ਼ਾਰਾਂ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਸਿੱਖਿਆ ਦਿੱਤੀ ਜਿਹੜੇ ਬੱਚੇ ਜਾਂ ਤਾਂ ਗਰੀਬੀ ਦੇ ਕਾਰਨ ਜਾਂ ਫਿਰ ਮਾਂ ਪਿਓ ਨਾ ਹੋਣ ਦੇ ਕਾਰਨ ਜਾਂ ਫਿਰ ਹੋਰ ਮਜਬੂਰੀਆਂ ਦੇ ਕਾਰਨ ਜਿਹੜੇ ਪੜ੍ਹ ਨਹੀਂ ਸੀ ਸਕਦੇ, ਜਿਨ੍ਹਾਂ ਨੂੰ ਕੋਈ ਪੜ੍ਹਾ ਨਹੀਂ ਸੀ ਸਕਦਾ, ਇਹਨਾਂ ਨੇ ਆਪਣੇ ਕੋਲੋਂ ਖਰਚ ਕਰਕੇ ਇਹਨਾਂ ਨਾਲ ਇਹਨਾਂ ਦੇ 2 ਭਰਾ ਹੋਰ ਜੁਟ ਗਏ ਔਰ ਇਹਨਾਂ ਭਰਾਵਾਂ ਨੇ ਇੱਕ ਸੰਸਥਾ ਖੜੀ ਕੀਤੀ, ਤਿੰਨਾਂ ਭਰਾਵਾਂ ਨੇ ਇਕੱਠੀ, ਹੁੱਕੜਾਂ ਬ੍ਰਦਰਜ਼। ਇਹ ਇੱਕ NGO ਇਹ ਚਲਾ ਰਹੇ ਆ ਪਿਛਲੇ 23 ਸਾਲ ਤੋਂ। ਔਰ 23 ਸਾਲਾਂ ਦੇ ਦੌਰਾਨ ਸਿਰਫ ਇਹੀ ਨਹੀਂ ਕਿ ਉੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ, ਕੇਵਲ ਸਿੱਖਿਆ ਨਹੀਂ ਦਿੱਤੀ ਜਾ ਰਹੀ, ਉਹਨਾਂ ਨੂੰ ਉਸ ਤਰ੍ਹਾਂ ਦੇ ਜਿਹੜੇ ਦੇਸ਼ ਦੇ ਹੀਰੋ ਨੇ, ਜਿਵੇਂ ਮਿਸਾਲ ਦੇ ਤੌਰ 'ਤੇ ਸ਼ਹੀਦ ਆਜ਼ਮ ਭਗਤ ਸਿੰਘ ਨੇ, ਉਹਨਾਂ ਦੇ ਨਾਂ ਤੋਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਰੂਬਰੂ ਕਰਾਉਣ ਲਈ ਹਰੇਕ ਸਾਲ ਇਹ ਉਸ ਸਥਾਨ 'ਤੇ ਜਾਂਦੇ ਨੇ ਜਿੱਥੇ ਜਾ ਕੇ ਅਸੀਂ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਯਾਦ ਕਰਦੇ ਹਾਂ। ਉਹਨਾਂ ਦੇ ਨਿਵਾਸ ਸਥਾਨ 'ਤੇ ਬਕਾਇਦਾ ਹਰੇਕ ਸਾਲ ਬੱਚਿਆਂ ਨੂੰ ਲੈ ਕੇ ਜਾਂਦੇ ਆ ਔਰ ਇੱਕ ਪੂਰਾ ਇੱਕ ਜਲਸੇ ਦੇ ਰੂਪ 'ਚ ਲੈ ਕੇ ਜਾਂਦੇ ਆ। ਉਹਨਾਂ ਦੇ ਹੱਥ ਵਿੱਚ ਤਿਰੰਗੇ ਝੰਡੇ ਹੁੰਦੇ ਆ ਦੇਸ਼ ਦੇ ਔਰ ਉੱਥੇ ਜਾ ਕੇ ਇਸ ਦਿਨ ਦੀ ਮਹੱਤਤਾ ਤੇ ਸ਼ਹੀਦ ਆਜ਼ਮ ਦੇ ਜੀਵਨ ਦੀ ਮਹੱਤਤਾ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੰਦੇ ਨੇ। ਸੋ ਆਓ ਪਹਿਲਾਂ ਸਵਾਗਤ ਕਰਦੇ ਹਾਂ ਔਰ ਇਹਨਾਂ ਦੇ ਮੂੰਹੋਂ ਗੱਲਾਂ ਸੁਣਦੇ ਹਾਂ ਬਾਕੀ ਦੀਆਂ। ਸਵਾਗਤ ਹੈ ਤੁਹਾਡਾ। ਥੈਂਕ ਯੂ ਥੈਂਕ ਯੂ। ਇੰਸਪੈਕਟਰ ਰਾਮਦਿਆਲ। ਇੰਸਪੈਕਟਰ ਸਾਹਿਬ, ਤੁਸੀਂ ਚੰਡੀਗੜ੍ਹ ਪੁਲਿਸ ਦੇ ਵਿੱਚ ਤੈਨਾਤ ਹੋ ਬਕਾਇਦਾ ਤੌਰ 'ਤੇ ਬਤੌਰ ਇੰਸਪੈਕਟਰ। ਇਹ ਵੀ ਇੱਕ ਬਹੁਤ ਵੱਡੀ ਉਪਾਧੀ ਹੈ, ਵੱਡੀ ਪੋਸਟ ਆ ਔਰ ਉਹ ਵੀ ਚੰਡੀਗੜ੍ਹ ਪੁਲਿਸ ਦੇ ਵਿੱਚ। ਜੀ ਜੀ। ਚੰਡੀਗੜ੍ਹ ਪੁਲਿਸ ਨੂੰ ਥੋੜ੍ਹਾ ਜਿਹਾ ਭਾਰਤ ਦੀ ਬਾਕੀ ਪੁਲਿਸ ਨਾਲੋਂ ਵੱਖਰੀ ਤਰ੍ਹਾਂ ਨਾਲ ਜਾਣਿਆ ਜਾਂਦਾ ਆ। ਲੇਕਿਨ ਇੱਕ ਦੱਸੋ, ਜਿਹੜਾ ਇਹ ਤੁਹਾਡੇ ਨਾਲ ਜਦੋਂ ਤੁਸੀਂ UNO 'ਚ ਤੈਨਾਤ ਸੀ, ਉਸ ਤੋਂ ਬਾਅਦ ਤੁਹਾਡੇ ਨਾਲ ਹਾਦਸਾ ਵਾਪਰਦਾ, ਜਦੋਂ ਤੁਸੀਂ ਜਰਮਨੀ ਜਾਂਦੇ ਹੋ, ਜਰਮਨੀ ਦੇ ਵਿੱਚ ਜਿਹੜਾ ਹਾਦਸਾ ਵਾਪਰਦਾ ਇਹ ਡਿਊਰਿੰਗ ਡਿਊਟੀ ਵਾਪਰਦਾ? ਬੇਸਿਕਲੀ ਮੈਂ ਉੱਥੇ ਛੁੱਟੀ ਤੇ ਸੀਗਾ ਉਸ ਦਿਨ ਔਰ ਛੁੱਟੀ ਤੇ ਵੀ ਔਨ ਡਿਊਟੀ ਸਾਨੂੰ ਸਮਝਿਆ ਜਾਂਦਾ ਕਿਉਂਕਿ ਸਾਡੀਆਂ ਛੁੱਟੀਆਂ ਜਿਹੜੀਆਂ ਉਹ ਡਿਊਟੀ ਦੇ ਅਗੇਂਸਟ ਹੀ ਮਿਲਦੀਆਂ, ਪੇਡ ਲੀਵ ਸੀਗੀ। ਤੇ ਉਸ ਦਿਨ ਮੈਂ 에ਅਰਪੋਰਟ ਤੇ ਜਾਣਾ ਸੀਗਾ। ਫਰੈਂਕਫਰਟ ਸਿਟੀ ਜਿਹੜਾ ਹੈਗਾ ਉਹਦੀ ਸੈਂਟਰਲ ਮਾਰਕੀਟ ਤੋਂ ਰੇਲਵੇ ਸਟੇਸ਼ਨ ਤੋਂ ਬੋਰਡ ਕਰਨੀ ਸੀ ਟ੍ਰੇਨ, ਮੈਂ ਉੱਥੇ ਬੋਰਡ ਨਹੀਂ ਕਰ ਸਕਿਆ। ਆਈ ਕ੍ਰਸ਼ਡ ਬਾਈ ਦਾ ਟ੍ਰੇਨ, ਉੱਥੇ ਹੋਇਆ ਸੀ ਇਹ। ਆਈ ਵਾਸ ਸਪੋਜ਼ਡ ਟੂ ਬੀ ਔਨ ਡਿਊਟੀ। ਇਹ ਰੇਲਵੇ ਸਟੇਸ਼ਨ ਦੇ ਉੱਪਰ ਵਾਪਰਿਆ ਹਾਦਸਾ? ਜੀ ਬਿਲਕੁਲ ਬਿਲਕੁਲ। ਅੱਛਾ, ਤੇ ਕਿਵੇਂ ਥੋੜਾ ਜਿਹਾ ਵਿਸਥਾਰ ਨਾਲ ਜੇ ਤੁਸੀਂ ਦੱਸੋ ਤਾਂ ਥੋੜਾ ਜਿਹਾ। ਮੈਂ ਟ੍ਰੇਨ ਬੋਰਡ ਕਰਨੀ ਸੀ, ਮੇਰੀ ਉਹ ਗਲਤੀ ਵੀ ਸੀ ਕਿ ਮੈਂ ਉਸ ਲਾਈਨ ਨੂੰ ਕ੍ਰਾਸ ਕਰ ਗਿਆ, ਜਿਸ ਲਾਈਨ ਨੂੰ ਕ੍ਰਾਸ ਨਹੀਂ ਕਰਨਾ ਸੀ, ਤੇ ਮੈਂ ਉਹਦੇ ਟਰੈਪ 'ਚ ਆ ਗਿਆ ਟ੍ਰੇਨ ਦੇ। 40 ਯਾਰਡ ਤੱਕ ਸਕਿਡ ਹੁੰਦਾ ਚਲਾ ਗਿਆ। ਇਹ ਲੱਤ ਮੇਰੀ ਬਾਰ-ਬਾਰ ਕੱਟੀ ਗਈ, ਇਹ ਰਿਬਸ ਟੁੱਟ ਗਈਆਂ, ਇਹ ਬਾਂਹ 7 ਜਗ੍ਹਾ ਤੋਂ ਟੁੱਟ ਗਈ ਔਰ ਹੈਡ ਇੰਜਰੀ ਬਹੁਤ ਜ਼ਿਆਦਾ ਸੀ। ਆਈ ਰਿਮੇਨਡ ਇਨ ਕੋਮਾ ਸੋ ਮੈਨੀ ਡੇਜ਼। ਤੇ ਉਸ ਤੋਂ ਬਾਅਦ ਹੋਸ਼ ਜਦੋਂ ਮੈਂ ਆਇਆ ਤੇ ਬਹੁਤ ਹੀ ਬੁਰਾ ਹਾਲ ਸੀ ਕਿਉਂਕਿ ਲੋਕ ਵੀ ਜਿਹੜੇ ਮੈਨੂੰ ਦੇਖਣ ਆਉਂਦੇ ਸੀ, UN ਕੰਟੀਜੈਂਟ ਤੋਂ ਵੀ ਮੇਰੇ ਕੰਟੀਜੈਂਟ ਕਮਾਂਡਰ ਵੀ ਦੇਖਣ ਆਏ, ਉਹ ਵੀ ਸਾਰੇ ਦੇਖ ਕੇ ਇਹ ਦੇਖ ਰਹੇ ਸੀਗੇ ਬਚ ਨਹੀਂ ਸਕਦਾ।
ਤੇ ਬੜਾ ਇਹ ਮੇਰੇ ਲਈ ਵੀ ਅਸਹਿ ਜਿਹੀ ਗੱਲ ਸੀ ਤੇ ਜਿਹਨੂੰ ਮੈਂ ਭੁਗਤ ਰਿਹਾ ਸੀ ਉਸ ਵੇਲੇ ਬੜਾ ਔਖਾ ਲੱਗਦਾ ਸੀ। ਹੋਇਆ ਇਹ ਮੇਰੀ ਇੱਕ ਤਰ੍ਹਾਂ ਦੀ ਗਲਤੀ ਕਰ ਲਓ, ਬਟ ਉਸ ਵੇਲੇ ਦੀ ਐਕਚੁਅਲੀ ਦੇ ਵਿੱਚ ਜਿਹੜੀ ਮੇਰੀ ਸਟੇਟਮੈਂਟ ਹੋਈ ਹੈ ਮੈਨੂੰ ਯਾਦ ਨਹੀਂ ਹੈ। ਹੈਡ ਇੰਜਰੀ ਜ਼ਿਆਦਾ ਹੋਣ ਕਰਕੇ ਕੁਝ ਤਾਂ ਮਾਸ ਮੇਰੇ ਸਿਰ ਦਾ ਮਿਲਿਆ ਹੀ ਨਹੀਂ ਸੀ, ਫਿਰ ਉਵੇਂ ਉਹਨਾਂ ਨੇ ਸਿਖਾਇਆ। ਤੇ ਮੇਰੀ ਸਟੇਟਮੈਂਟ 'ਚ ਵੀ ਇਹ ਦਰਜ ਆ ਉਸ ਵੇਲੇ ਦੀ ਉੱਥੇ ਪੁਲਿਸ ਕੋਲੇ ਵੀ ਕਿ ਮੈਨੂੰ ਕੁਛ ਯਾਦ ਨਹੀਂ ਹੈ ਉਸ ਦੇ ਬਾਰੇ। ਉਹਨਾਂ ਨੇ ਮੈਨੂੰ ਇੱਕ ਆਡੀਓ ਜ਼ਰੂਰ ਦਿਖਾਈ, ਉਹਨਾਂ ਕੋਲੇ ਰਿਕਾਰਡਡ ਜਾਂ ਵੀਡੀਓ ਸੀ ਉਹ, ਬਟ ਉਹਨਾਂ ਨੇ ਡਾਕਟਰਾਂ ਨੇ ਲਿਖਤਾ ਸੀਗਾ ਵੀ ਇਹਨੂੰ ਉੱਥੇ ਨਾ ਲਿਜਾਇਓ ਕਿਉਂਕਿ ਇਹਦਾ ਜਿਹੜਾ ਨਿਊਰੋਲੋਜੀ ਦੇ 3 ਆਪਰੇਸ਼ਨ ਮੇਰੇ ਹੋ ਚੁੱਕੇ ਸੀਗੇ ਤੇ ਉਹ ਪ੍ਰੈਸ਼ਰ ਫੀਲ ਨਾ ਕਰ ਸਕਾਂ, ਮੈਂ ਦੁਬਾਰਾ ਤੋਂ ਕੋਮਾ 'ਚ ਨਾ ਚੱਲ ਜਾਵਾਂ। ਇਸ ਕਰਕੇ ਉਹਨਾਂ ਨੇ ਡਿਸੀਜਨ ਲਿਆ ਸੀ ਡਾਕਟਰਾਂ ਦੀ ਟੀਮ ਨੇ ਵੀ ਇਹਨੂੰ ਉੱਥੇ ਨਾ ਲਿਜਾਓ। ਆਈ ਵਾਜ਼ ਸਟ੍ਰੈਸਿੰਗ ਦੈਮ ਅਗੇਨ ਐਂਡ ਅਗੇਨ ਕਿ ਮੈਨੂੰ ਉੱਥੇ ਲਿਜਾਓ ਤਾਂ ਕਿ ਮੈਨੂੰ ਯਾਦ ਆ ਜਾਏ ਕੁਝ। ਤੇ ਇਦਾਂ ਦਾ ਉਹ ਯਾਨੀ ਹਾਦਸੇ ਵਾਲੀ ਥਾਂ ਤੇ ਲੈ ਕੇ ਨਹੀਂ ਜਾਣਾ ਚਾਹੁੰਦੇ ਸੀ ਤੁਹਾਨੂੰ? ਮੈਨੂੰ ਡਾਕਟਰਾਂ ਨੇ ਲਿਖਿਆ ਉਹਨਾਂ ਨੇ ਕਿ ਨਹੀਂ, ਇਹਨੂੰ ਨਾਇਕ ਨਾ ਜਾਓ ਕਿਸੇ ਵੀ ਜੇ ਤੇ ਸਟ੍ਰੈਸ ਕਰਦਾ ਜਿਸ ਗੱਲ ਤੇ। ਅੱਛਾ। ਉਹਨੂੰ ਸਟ੍ਰੈਸ ਨਹੀਂ ਕਰਨ ਦੇਣਾ, ਇਹਨੂੰ ਈਜ਼ੀ ਰੱਖੋ, ਇਹਦੇ ਦਿਮਾਗ ਤੇ ਭਾਰ ਨਾ ਪਵੇ ਮੁੜ ਕੇ, ਕਿਉਂਕਿ ਹੈਡ ਇੰਜਰੀ ਦੇ ਵਿੱਚ ਮੇਰਾ ਬ੍ਰੇਨ ਦੇ ਹੀ 3 ਆਪਰੇਸ਼ਨ ਹੋ ਚੁੱਕੇ ਸੀਗੇ। ਤੇ ਉਹ ਇਦਾਂ ਦੇ ਹਾਲਾਤ ਸੀਗੇ ਕਿ ਆਲੇ ਦੁਆਲਾ ਚਾਹੁੰਦਾ ਸੀ, ਮਤਲਬ ਦੇਖ ਰਿਹਾ ਸੀ ਕਿ ਇਹਨੇ ਬਚਣਾ ਨਹੀਂ। ਈਵਨ ਮੇਰੇ ਦੋਸਤ ਜਿਹੜੇ ਉੱਥੋਂ ਸੁਣ ਕੇ ਆਏ, ਉਹ ਹੁਣ ਵੀ ਮੇਰੇ ਦੋਸਤ ਨੇ ਉੱਥੇ ਟੀਵੀ ਤੇ ਆਇਆ ਸੀਗਾ ਹਾਦਸੇ ਬਾਰੇ, ਤੇ ਉਹ ਸੁਣ ਕੇ ਆਏ, ਉਹ ਵੀ ਤਿਆਰੀ ਕਰ ਰਹੇ ਸੀਗੇ ਕਿ ਇਹਦੀ ਬੋਡੀ ਨੂੰ ਕਿਵੇਂ ਭੇਜਣਾ ਹੈ ਇੰਡੀਆ। ਤੇ ਉਹਦੇ ਲਈ ਮਤਲਬ ਸਾਰਾ ਜਿਵੇਂ ਬੋਡੀ ਭੇਜਦੇ ਹੀ ਆ ਡੈਥ ਤੋਂ ਬਾਅਦ, ਐਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਪਰ ਹੌਲੀ ਹੌਲੀ ਸਰਵਾਈਵ ਕਰ ਗਿਆ ਉਸ ਕਾਇਨਾਤ। ਮਤਲਬ ਹੈ ਕਿ ਤੁਹਾਡੀ ਬੋਡੀ ਇੰਡੀਆ ਭੇਜਣ ਦੀ ਤਿਆਰੀ ਹੋ ਰਹੀ ਸੀ? ਬਿਲਕੁਲ ਕਿ ਇਹਨੇ ਨਹੀਂ ਮਤਲਬ ਬਚਣਾ ਹੈ ਕਿ ਨਹੀਂ? ਨਹੀਂ, ਕਿਉਂਕਿ ਬਲੱਡ ਸ਼ੈਡ ਇੰਨਾ ਹੋ ਗਿਆ ਸੀਗਾ, ਖੂਨ ਇੰਨਾ ਨਿਕਲ ਗਿਆ ਸੀ ਬੋਡੀ ਦਾ। ਬਿਲਕੁਲ weight ਮੇਰਾ 30-32 ਕਿਲੋ ਦੇ ਕਰੀਬ ਸੀਗਾ, ਹੈਡ ਮੈਂ ਚੁੱਕ ਨਹੀਂ ਸਕਦਾ ਸੀ ਤਾਂ। ਤੇ ਮੈਨੂੰ ਪਤਾ ਨਹੀਂ ਸੀਗਾ ਕਿ ਮੇਰੀਆਂ ਲੱਤਾਂ ਦਾ, ਮੈਨੂੰ ਕਿਸੇ ਨੇ ਦਿਖਾਇਆ, ਇਹ ਵੀ ਕਿਸੇ ਨੇ ਦਿਖਾਇਆ ਕਿ ਹੁਣ ਤੂੰ ਚੱਲ ਨਹੀਂ ਸਕਦਾ, ਵੀ ਦੋਨੋਂ ਤੇਰੇ ਲੱਤਾਂ ਹੈ ਨਹੀਂ ਹੁਣ। ਤੇ ਦੈਨ ਉਸ ਖਬਰ ਸੁਣ ਕੇ, ਮੈਂ ਉਹ ਗੱਲ ਸੁਣ ਕੇ ਫਿਰ ਮੈਂ ਕੋਮਾ 'ਚ ਚਲਾ ਗਿਆ ਸੀ। ਤੇ ਉਹ ਜਿਹੜੀ ਗੱਲ ਸੀ, ਫਿਰ ਡਾਕਟਰਾਂ ਨੇ ਬਕਾਇਦਾ ਇਹ ਰੱਖਿਆ ਵੀ ਇਹਦੇ ਕੋਲ ਜਿਹੜਾ ਜਾਵੇ ਇੱਦਾਂ ਦੀ ਕੋਈ ਗੱਲ ਨਹੀਂ ਕਰਨੀ। ਉਹਦਾ ਹੀ ਸਦਕਾ ਮੈਨੂੰ ਉਹਨਾਂ ਨੇ ਜਾਣ ਨਹੀਂ ਦਿੱਤਾ ਉੱਥੇ ਰੇਲਵੇ ਸਟੇਸ਼ਨ ਤੇ। ਈਵਨ ਆਈ ਵਾਜ਼ ਸਟ੍ਰੈਸਿੰਗ ਕਿ ਮੈਂ ਇੱਦਾਂ ਦੀ ਗਲਤੀ ਕਰ ਤਾਂ ਸਕਦਾ ਨਹੀਂ ਜਿਹੜੀ ਤੁਸੀਂ ਕਰ ਦਿਖਾ ਰਹੇ ਹੋ, ਲਿਖ ਰਹੇ ਹੋ, ਪਰ ਐਨੀ ਹਾਊ ਆਈ ਕੁਡ ਸਰਵਾਈਵ ਉਸ ਟ੍ਰੈਜਿਕ ਸਿਸਟਮ 'ਚੋਂ। ਫਿਰ ਤੁਸੀਂ ਆਪਣੇ ਆਪ ਨੂੰ ਸੰਭਾਲਿਆ ਕਿਵੇਂ ਕਿ ਮੈਂ ਬਕਾਇਦਾ ਤੌਰ ਤੇ ਇੱਕ ਨਾਰਮਲ ਜੀਵਨ ਜਿਵੇਂ ਆਮ ਵਿਅਕਤੀ ਦਾ ਹੁੰਦਾ, ਮੈਂ ਉਸ ਤਰ੍ਹਾਂ ਦਾ ਜਿਉਣਾ ਹੈ? ਉਸ ਸਥਿਤੀ ਦੇ ਵਿੱਚ ਕਿਵੇਂ ਆਏ ਤੁਸੀਂ? ਬੇਸਿਕਲੀ ਮੇਰੇ ਬ੍ਰਦਰ ਜਿਹੜੇ ਹੈਗੇ ਨਾ, ਮੇਰੇ ਤੋਂ 13 ਸਾਲ ਵੱਡੇ ਨੇ, DIG ਰਿਟਾਇਰ ਹੋਏ ਨੇ BSF 'ਚੋਂ। ਉਹ ਉਸ ਵੇਲੇ ਕਮਾਂਡੈਂਟ ਸੀਗੇ BSF ਦੇ ਵਿੱਚ। ਉਹ ਮੇਰੇ ਫਾਦਰ ਲਈ ਉਹਨਾਂ ਦਾ ਇੱਕ ਪਿਕਚਰ ਰਿਹਾ ਜ਼ਿੰਦਗੀ 'ਚ, ਕਿਉਂਕਿ ਮੇਰੇ ਫਾਦਰ, ਮੈਂ ਛੋਟਾ ਜਿਹਾ ਸੀ ਜਦੋਂ ਡੈਥ ਹੋ ਗਈ ਸੀ। ਆਈ ਐਮ ਦ ਯੰਗੈਸਟ ਵਨ ਇਨ ਮਾਈ ਫੈਮਿਲੀ। ਤੇ ਉਹਨਾਂ ਨੇ ਮੈਨੂੰ ਸਾਰਾ ਫਾਦਰਲੀ ਟ੍ਰੀਟਮੈਂਟ ਦਿੱਤਾ। ਉਸ ਵੇਲੇ ਵੀ ਉਹ ਮੈਨੂੰ ਲਿਆ ਕੇ ਉਹਨਾਂ ਨੇ ਮੈਨੂੰ ਟ੍ਰੇਨਿੰਗ ਟਾਈਪ, ਛੁੱਟੀ ਲੈ ਕੇ ਆ ਗਏ, ਛੁੱਟੀ ਐਕਸਟੈਂਡ ਕਰਦੇ ਰਹੇ, ਤੇ ਉਹਨਾਂ ਨੇ ਮੈਨੂੰ ਟ੍ਰੇਨਿੰਗ ਟਾਈਪ ਕੀਤਾ ਵੀ ਰਾਮਦਿਆਲ ਹੁਣ ਤੂੰ ਇਹ ਜ਼ਿੰਦਗੀ ਨਾਲ ਲੜਨਾ ਹੈ, ਅਪਾਹਜ ਤੂੰ ਹੋ ਗਿਆ ਤੇ ਇਹਨੂੰ ਮੰਨ, ਔਰ ਇਹਨੂੰ ਜੀਣਾ ਕਿੱਦਾਂ ਇਹਦੀ ਆਪਾਂ ਸੋਚ ਕਰਦੇ ਆਂ, ਪਲਾਨ ਕਰਦੇ ਆਂ, ਗੱਲ ਕਰਦੇ ਆਂ। ਤੇ ਉਹਨਾਂ ਨੇ ਇੱਕ ਆਈਡੀਆ ਦਿੱਤਾ ਸੀ। 6 ਮਹੀਨੇ ਉਹਨਾਂ ਨੇ ਮੈਨੂੰ ਸੰਭਾਲਿਆ, ਨਾਲ ਈਵਨ ਗਰਾਊਂਡ 'ਚ ਲੈ ਜਾਂਦੇ ਸੀ, ਕਰਚੇਜ਼ ਨਾਲ ਚੱਲਣਾ ਸਿਖਾਇਆ। ਬੱਚਾ ਜਿੱਦਾਂ ਚੱਲਦਾ ਨਾ ਦੁਬਾਰਾ ਤੋਂ ਸਿੱਖਦਾ ਹੈ। ਡਿਸੇਬਲ ਲਾਈਫ ਇਦਾਂ ਦੀ ਹੈ ਕਿ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਮੈਂ ਐਥਲੈਟਿਕਸ ਕਰਦਾ ਸੀ, ਗਵਰਨਮੈਂਟ ਕਾਲਜ ਹੁਸ਼ਿਆਰਪੁਰ ਮੈਂ ਪੜ੍ਹਦਾ ਸੀ ਜਦੋਂ, ਪਰ ਲੱਤਾਂ ਨਾ ਹੋਣ ਨਾਲ ਦੌੜ ਕਿੱਥੋਂ, ਮਤਲਬ ਮਰਨ ਨੂੰ ਦਿਲ ਕਰਦਾ ਸੀ। ਤੇ ਉਹਨਾਂ ਨੇ ਇੱਕ ਆਈਡੀਆ ਦਿੱਤਾ, ਜਿਹੜਾ ਆਈਡੀਆ ਸਰਵਾਈਵ ਕੀਤਾ। ਉਹਨਾਂ ਨੇ ਕਿਹਾ ਕਿ ਰਾਮਦਿਆਲ ਹੁਣ ਨਾ ਤੂੰ ਦੂਸਰਿਆਂ ਲਈ ਜੀਣਾ ਸ਼ੁਰੂ ਕਰ, ਜੇ ਕਰ ਸਕਦਾ ਤਾਂ। ਆਪਣੇ ਲਈ ਤਾਂ ਤੇਰਾ ਹੁਣ ਜੋ ਹੈ, ਜੇ ਤੂੰ ਦੂਸਰਿਆਂ ਲਈ ਜੀਊਂਗਾ, ਉਹਨਾਂ ਦੇ ਦੁੱਖ ਦਰਦ ਦੇਖੇਗਾ। ਉਹ ਧੱਕੇ ਨਾਲ ਮੈਨੂੰ ਪਿੰਡ ਲੈ ਗਏ। ਮੈਂ ਜਾਣਾ ਨਹੀਂ ਸੀ ਚਾਹੁੰਦਾ। ਉਹਨਾਂ ਦੀ ਗੱਲ ਵੀ ਮੈਨੂੰ ਔਡ ਜਿਹੀ ਲੱਗਦੀ ਸੀ ਕਿ ਮੈਂ ਆਪ ਖੜਾ ਹੋਣ ਜੋਗਾ ਨਹੀਂ, ਆਰਟੀਫਿਸ਼ੀਅਲ ਲਿੰਬਸ ਤੋਂ ਬਿਨਾਂ ਹੁਣ ਵੀ ਮੈਂ ਖੜਾ ਨਹੀਂ ਹੋ ਸਕਦਾ, ਕਰੋਲ ਕਰਕੇ ਚੱਲਦਾ। ਤੇ ਉਹ ਲੈ ਗਏ ਪਿੰਡ ਨੂੰ, ਤੇ ਉੱਥੇ ਜੋ ਹੋਇਆ ਉਹ ਮੇਰੇ ਅੰਦਰ ਵਸ ਗਿਆ ਕਿ ਮੈਂ ਉੱਥੇ ਦੇਖਿਆ ਸਾਡੇ ਪ੍ਰਾਇਮਰੀ ਸਕੂਲ ਜਿੱਥੇ ਮੈਂ ਪੜ੍ਹਿਆ, ਜਿੱਥੇ ਉਹ ਪੜ੍ਹੇ ਨੇ, ਉਸ ਸਕੂਲ ਦੇ ਵਿੱਚ ਵੀ 5ਵੀਂ ਤੱਕ ਦੀ ਕਲਾਸ ਦੇ ਕਈ ਬੱਚੇ ਉਸ ਦਿਨ ਨੰਗੇ ਪੈਰੀਂ ਆਏ ਹੋਏ ਸੀ ਸਕੂਲ। ਤੇ ਮੈਂ ਖੁਦ ਵੀ ਨੰਗੇ ਪੈਰੀਂ ਜਾਂਦਾ ਰਿਹਾ ਪੜ੍ਹਨ, ਮੇਰੇ ਭਰਾ ਵੀ। ਅਸੀਂ ਉਸ ਸਿਚੁਏਸ਼ਨ ਚੋਂ ਨਿਕਲੇ ਸੀ, ਗਰੀਬੀ ਵਾਲੀ ਚੋਂ। ਤੇ
ਉਹਨਾਂ ਨੂੰ ਅਸੀਂ ਚੱਪਲਾਂ ਦੇਖ ਕੇ ਚੱਪਲਾਂ ਪਵਾਈਆਂ। ਫਿਰ ਇੱਕ ਸਕੂਲ ਨਹੀਂ ਸੀ, 4 ਸਕੂਲਾਂ 'ਚ ਗਏ ਉਸ ਦਿਨ। ਸਾਡੇ ਨਾਲ ਹੀ ਪਿੰਡ ਤਾਜੋ ਵਾਲਿਆ, ਰਾਜਪੁਰ ਪਾਈਆਂ, ਛੋਟਾ ਮੋਨਾ, ਇਹਦਾ 4 ਪਿੰਡਾਂ ਦੇ ਬੱਚਿਆਂ ਨੂੰ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ, ਤੁਸੀਂ ਮੈਂ ਕਹਿੰਦਾ ਵੀ ਤੁਸੀਂ ਇਹ ਵੀ ਆਪਣੇ ਹੱਥ ਨਾਲ ਦੱਸੋ ਕਿ ਆਪਣੇ ਸ਼ਬਦਾਂ ਨਾਲ ਦੱਸੋ ਕਿ ਤੁਹਾਡਾ ਪਿੰਡ ਕਿੱਥੇ ਆ, ਤੁਹਾਡਾ ਜ਼ਿਲ੍ਹਾ ਕਿਹੜਾ ਆ, ਇਹ ਵੀ ਜ਼ਰੂਰੀ ਹੈ। ਹੁਕੜਾ ਪਿੰਡ ਹੈ ਜੀ ਮੇਰਾ, ਹੁਸ਼ਿਆਰਪੁਰ ਜ਼ਿਲ੍ਹੇ 'ਚ ਇੰਟੀਰੀਅਰ ਕੋਈ 20 ਕਿਲੋਮੀਟਰ ਪੈਂਦਾ ਹੈ ਉੱਥੇ, ਜ਼ਿਲ੍ਹਾ ਹੁਸ਼ਿਆਰਪੁਰ ਪਹਾੜੀ ਦੇ ਵਿੱਚ। ਹਾਂ, ਕੰਢੀ ਦਾ ਏਰੀਆ ਆਪਾਂ ਨੂੰ ਵੱਜਦਾ ਤੇ ਪਹਾੜੀ ਹੀ ਕਹਿੰਦੇ ਆ ਮਾਲਵੇ ਵਾਲੇ ਸਾਨੂੰ। ਤੇ ਪਰ ਹੈਗੇ ਉਹ ਪੰਜਾਬ ਦਾ ਹਿੱਸਾ ਹੈ ਉਹ। ਇਹ ਆ ਉੱਥੋਂ ਸਾਡੇ ਤੋਂ ਅੱਗੇ ਪਹਾੜ ਸ਼ੁਰੂ ਹੋ ਜਾਂਦਾ ਹੈ, ਸ਼ਿਵਾਲਿਕ ਦੀਆਂ ਪਹਾੜੀਆਂ, ਮਤਲਬ ਇਹੀ ਆ। ਪਰ ਅਸੀਂ ਜਲੰਧਰ ਜਾਂਦੇ ਆ ਤੇ ਉਹ ਸਾਨੂੰ ਪਹਾੜੀਏ ਕਹੀ ਜਾਂਦੇ ਆ, ਅਸੀਂ ਊਨੇ ਵਾਲਿਆਂ ਨੂੰ ਪਹਾੜੀ ਕਹੀ ਜਾਂਦੇ ਗਾਹਾਂ ਤੋਂ ਗਾਹਾਂ। ਅੱਛਾ, ਇਹ ਸਿਸਟਮ ਹੈ। ਬਟ ਫਿਰ ਤੁਸੀਂ ਉੱਥੇ ਗਏ, ਕਾਲਜ ਗਏ, ਸਕੂਲਾਂ 'ਚ ਗਏ। ਸਕੂਲ ਦੇ ਵਿੱਚ ਜਦੋਂ ਦੇਖਿਆ ਤੇ ਰਾਮਦਿਆਲ ਉੱਥੇ ਬਹੁਤ ਬੈਠੇ ਸੀ। ਉੱਥੇ ਰਾਮਦਿਆਲਾਂ ਨੂੰ ਮਿਲਣ ਦਾ ਜੋ ਸਿਲਸਿਲਾ ਬਣਿਆ, ਉਹਨਾਂ ਦਾ ਆਈਡੀਆ ਸਰਵਾਈਵ ਕਰ ਗਿਆ। ਫਿਰ ਮੈਂ ਦੁਬਾਰਾ ਇਕੱਲੇ ਜਾਣਾ ਸ਼ੁਰੂ ਕਰ ਦਿੱਤਾ। ਮੈਂ ਉਹਨਾਂ ਲਈ ਕਾਪੀਆਂ ਲੈ ਜਾਣੀਆਂ, ਪੈਨ ਪੈਨਸਲਾਂ ਲੈ ਜਾਣੀਆਂ, ਵਰਦੀਆਂ ਲੈ ਜਾਣੀਆਂ। ਸਾਡੀ ਮਦਰ ਐਵੇਂ ਕਰਦੇ ਹੁੰਦੇ ਸੀ, ਪਰ ਉਹ ਪਾਸ ਹੋਏ ਜਿਹੜੇ ਬੱਚੇ ਫਸਟ ਆਏ ਉਹਨਾਂ ਨੂੰ। ਪਰ ਮੇਰਾ ਜਿਹੜਾ ਵਧਿਆ, ਫਿਰ ਇੱਕ ਤੋਂ ਦੂਸਰਾ ਪਿੰਡ, ਦੂਸਰੇ ਤੋਂ ਤੀਸਰਾ ਪਿੰਡ, ਤੇ ਮੈਨੂੰ ਹੌਲੀ ਹੌਲੀ ਸਮਝ ਆਇਆ ਕਿ ਇਹ ਐਜੂਕੇਸ਼ਨ ਨੇ ਹੀ ਮੈਨੂੰ UN ਤੱਕ ਪਹੁੰਚਾਇਆ। ਵਾਹ 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 ਵਾਹ। ਔਰ ਨਾਲ ਲੱਤਾਂ ਹੋਣ ਦੇ ਬਾਵਜੂਦ ਐਜੂਕੇਸ਼ਨ ਨੇ ਜੀਵਨ ਦਿੱਤਾ ਤੁਹਾਨੂੰ। ਮੈਂ ਗਰੀਬੀ ਦੇ ਵਿੱਚ ਬਹੁਤ ਲੜਿਆ ਸੀ, ਮੇਰੇ ਭਰਾ ਤਾਂ ਮੇਰੇ ਤੋਂ ਵੀ ਜ਼ਿਆਦਾ ਲੜੇ, ਤੇ ਉਹ ਸੰਘਰਸ਼ ਜਿਹੜਾ ਮੇਰੇ ਮਾਨਸਿਕ ਤੌਰ ਤੇ ਸੇਵ ਹੋਇਆ ਪਿਆ ਸੀਗਾ, ਤੇ ਉਹ ਸੰਘਰਸ਼ ਨੇ ਮੈਨੂੰ ਪਾਵਰ ਦਿੱਤੀ। ਉਹ ਪਾਵਰ ਵਰਤ ਕੇ ਮੈਂ ਐਵੇਂ ਹੀ ਚਲੇ ਜਾਣਾ, ਕਈ ਵਾਰੀ ਆਰਟੀਫੀਸ਼ਲ ਲਿੰਬਸ ਤੋਂ ਬਿਨਾਂ ਚਲੇ ਜਾਣਾ। ਗੱਡੀ ਲੈ ਕੇ ਦਿੱਤੀ ਸੀ ਬ੍ਰਦਰ ਨੇ, ਤੇ ਉਹ ਜੈਨ ਕਾਰ ਹੁੰਦੀ ਸੀ, ਉਹ ਥੋੜਾ ਬਹੁਤਾ ਸਮਾਨ ਰੱਖਣਾ ਵਿੱਚ, ਜਿੰਨੇ ਵੀ ਮਤਲਬ ਇਕੱਠੇ ਕਰਕੇ ਉਹ ਉਹਨਾਂ ਨੂੰ ਪਾਉਣਾ। ਉਹਨਾਂ ਨੂੰ ਮਦਨ ਜੀ, ਮੈਂ ਰਿਐਲਿਟੀ ਅੱਜ ਵੀ ਮੈਂ ਇਹ ਫੀਲਿੰਗ ਲੈਣੀ ਚਾਹੁੰਦਾ ਕੰਟੀਨਿਊਸਲੀ ਕਿ ਉਹਨਾਂ ਨੂੰ ਪਤਾ ਨਹੀਂ ਕੀ ਮਿਲਦਾ ਹੈ ਜਦੋਂ ਮੈਂ ਕੁਛ ਦੇਣ ਦੀ ਕੋਸ਼ਿਸ਼ ਕਰਦਾ, ਜਾਂ ਮੇਰੇ ਭਰਾ ਲੈ ਕੇ ਜਾਂਦੇ। ਹੁਣ ਤਾਂ ਬਹੁਤ ਵੱਡਾ ਹੋ ਗਿਆ, ਬਟ ਮੈਨੂੰ ਜੋ ਰਿਵਾਉਂਡ ਹੋ ਕੇ ਮਿਲਦਾ ਨਾ, ਦੈਟ ਇਜ਼ ਦ ਨੈਕਟਰ। ਉਹ ਆ ਅੰਮ੍ਰਿਤ, ਉਹ ਇੱਕ ਦਵਾਈ, ਉਹ ਇੱਕ ਕਹਿ ਲਓ ਆਨੰਦ, ਫੀਲਿੰਗ, ਕੁਛ ਵੀ ਕਹਿ ਲਓ, ਉਹਦੇ ਬੜੇ ਨਾਂ ਆ। ਉਹ ਜਦੋਂ ਰਿਵਾਉਂਡ ਹੋ ਕੇ ਮਿਲਦਾ ਨਾ, ਦੈਟ ਇਜ਼ ਦ ਲਾਈਫ। ਹੁਣ ਤੁਸੀਂ ਜਿਹੜੀ ਬੱਚਿਆਂ ਦੀ ਉੱਥੇ ਸਿੱਖਿਆ ਦੇ ਵਿੱਚ ਹੈਲਪ ਕਰ ਰਹੇ ਹੋ, ਜਾਂ ਬੱਚਿਆਂ ਨੂੰ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਆਪਣੀ ਸਿੱਖਿਆ ਪੂਰੀ ਕਰਨ, ਪੈਸੇ ਕਰਕੇ ਇਹਨਾਂ ਦੀ ਸਿੱਖਿਆ ਨਹੀਂ ਛੁੱਟਣੀ ਚਾਹੀਦੀ, ਗਰੀਬੀ ਕਰਕੇ ਇਹਨਾਂ ਦੀ ਸਿੱਖਿਆ 'ਤੇ ਨਹੀਂ ਅਸਰ ਹੋਣਾ ਚਾਹੀਦਾ, ਤਾਂ ਉਹ ਤੁਸੀਂ ਕੀ ਪੈਟਰਨ ਅਪਣਾਇਆ ਹੋਇਆ, ਤੁਸੀਂ ਕਿਵੇਂ ਕਰਦੇ ਹੋ? ਬੇਸਿਕਲੀ ਅਸੀਂ ਗਵਰਨਮੈਂਟ ਸਕੂਲਾਂ ਦੇ ਹੀ ਬੱਚਿਆਂ ਨੂੰ ਸਪੋਰਟ ਕਰਦੇ, ਅਡਾਪਟ ਕਰਦੇ ਹੋ, ਸਪੋਰਟ ਕਰਦੇ ਆ ਇਨ ਦਾ ਸ਼ੇਪ। ਉਹਨਾਂ ਦੇ ਵਿੱਚ ਅਲੱਗ-ਅਲੱਗ ਪ੍ਰੋਗਰਾਮਿੰਗ ਨੇ ਸਾਡੇ। ਇੱਕ ਪ੍ਰੋਗਰਾਮ ਹੈ, ਅਸੀਂ ਉਹਨਾਂ ਦੇ +1 +2 10th 9th ਤੇ ਬੱਚਿਆਂ ਨੂੰ ਲਿਆਉਂਦੇ ਆ, ਚੰਡੀਗੜ੍ਹ 2 ਦਿਨ ਰੱਖਦੇ ਆ। ਉਹਨਾਂ ਨੂੰ ਯੂਨੀਵਰਸਿਟੀ ਲੈ ਕੇ ਜਾਂਦੇ ਆ, 2 ਘੰਟੇ ਦਾ ਸੈਸ਼ਨ ਹੁੰਦਾ ਕਿ 76 ਸਬਜੈਕਟ ਨੇ ਯੂਨੀਵਰਸਿਟੀ ਪੜ੍ਹਾਉਂਦੀ ਆ। ਡੋਂਟ ਲੀਵ ਦਾ ਐਜੂਕੇਸ਼ਨ ਅਪ ਟੂ +2 ਔਰ ਸੋ, ਬਿਕੋਜ਼ ਇਹ ਇੱਕ ਫੈਕਟ ਆ, ਬੜਾ ਮਤਲਬ ਕੌੜੀ ਗੱਲ ਆ। ਪੰਜਾਬ ਦੇ ਵਿੱਚ ਔਨ ਰਿਕਾਰਡ 84% ਬੱਚੇ ਡ੍ਰੌਪ ਆਊਟ ਹੋ ਜਾਂਦੇ ਨੇ ਗਵਰਨਮੈਂਟ ਸਕੂਲਾਂ ਦੇ, ਪਹਿਲੀ ਤੋਂ ਲੈ ਕੇ +2 ਤੱਕ। ਸਿਰਫ 14 ਤੋਂ 16% ਬੱਚੇ ਕਾਲਜ ਨਹੀਂ ਪਹੁੰਚਦੇ, 84% ਯੂਨੀਵਰਸਿਟੀ ਕਾਲਜ ਪਹੁੰਚਦੇ ਹੀ ਨਹੀਂ ਹੈ। ਨਹੀਂ ਪਹੁੰਚਦੇ। ਇਹ ਇੱਕ ਸਮਾਜ ਤਿਆਰ ਹੋ ਰਿਹਾ ਜਿਹੜਾ ਬੜਾ ਡੇਂਜਰਸ ਗੱਲ ਆ ਸਾਡੇ ਲਈ। ਔਰ ਮੈਂ ਉਹਨਾਂ ਨੂੰ ਮੋਟੀਵੇਟ ਕਰਦਾ। ਉੱਥੇ ਯੂਨੀਵਰਸਿਟੀ ਇੱਕ ਸੈਮੀਨਾਰ ਲਾਉਂਦੀ ਆ, ਉਸ ਤੋਂ ਬਾਅਦ ਅਸੀਂ ਵਿਧਾਨ ਸਭਾ ਉਹਨਾਂ ਨੂੰ ਲੈ ਕੇ ਜਾਂਦੇ ਹਾਂ। 1.5 ਘੰਟੇ ਦਾ ਸੈਮੀਨਾਰ ਹੁੰਦਾ ਉੱਥੇ ਕਿ ਕੀ ਕਰਦੇ ਨੇ ਇਹ ਪੋਲੀਟੀਸ਼ੀਅਨ, ਤੁਹਾਡਾ ਲਾਅ ਬਣਦਾ ਕਿਵੇਂ, ਹੁੰਦਾ ਕੀ ਹੈ ਇੱਥੇ, ਫਿਰ ਐਗਜ਼ੀਕਿਊਸ਼ਨ ਕਿਵੇਂ ਹੁੰਦਾ ਉਧਰ, ਜੁਡੀਸ਼ਰੀ, ਫਿਰ ਹਾਈ ਕੋਰਟ। ਸਾਡੇ ਰਿਟਾਇਰਡ ਜੱਜ ਨੇ ਹਾਈ ਕੋਰਟ ਦੇ, ਜਸਟਿਸ ਜਨਰਲ, ਉਹ ਉਹਨਾਂ ਨੂੰ ਸੈਮੀਨਾਰ 1.5 ਘੰਟਾ ਲਾ ਕੇ ਦੱਸਦੇ ਨੇ ਵੀ ਤੁਸੀਂ ਜੱਜ ਵਕੀਲ ਕਿਵੇਂ ਬਣ ਸਕਦੇ ਹੋ। ਅਲਟੀਮੇਟਲੀ ਇਹੀ ਪ੍ਰੋਗਰਾਮ ਨੂੰ ਅਸੀਂ ਘੁਮਾ ਕੇ ਗੱਲ ਨੂੰ ਕਹਿਣਾ ਹੁੰਦਾ ਕਿ ਐਜੂਕੇਸ਼ਨ ਨਾ ਛੱਡਿਓ। ਔਰ ਐਜੂਕੇਸ਼ਨ ਦਾ ਮੈਂ ਆਪਣੀ ਜ਼ਿੰਦਗੀ 'ਚ ਸ਼ਾਰਟਲੀ ਤੁਹਾਨੂੰ ਦੱਸ ਦਿੰਦਾ ਕਿ 4 ਸਟੈਪ ਨੇ ਐਜੂਕੇਸ਼ਨ ਦੇ। ਫਸਟ ਹੈਗਾ ਜਿਹੜਾ ਕਦੇ ਸਕੂਲੇ ਨਹੀਂ ਜਾਂਦਾ, ਉਹ ਵੀ ਐਜੂਕੇਟਡ ਹੁੰਦਾ। ਦੂਸਰਾ ਆ ਕੋਈ ਪੜ੍ਹਾਉਂਦਾ ਤੇ ਅਗਲਾ ਪੜ੍ਹਦਾ ਹੈ, ਸਟੂਡੈਂਟ ਤੇ ਟੀਚਰ ਵਾਲਾ ਰਿਲੇਸ਼ਨ ਆ। ਉਸ ਤੋਂ ਅੱਗੇ ਹੁਸ਼ਿਆਰ ਬੱਚੇ ਨਿਕਲਦੇ ਨੇ ਜਿਹੜੇ ਇਹ ਦੇਖ ਲੈਂਦੇ ਨੇ ਵੀ ਟੀਚਰ ਕਿੱਥੋਂ ਪੜ੍ਹਾ ਰਿਹਾ, ਉਹ ਲੱਭ ਲੈਂਦੇ ਨੇ ਕਿਤਾਬ ਤੋਂ ਪੜ੍ਹਾ ਰਿਹਾ, ਕਿਤਾਬ ਪੜ੍ਹਦੇ ਨੇ, ਉਹ ਕਿਤਾਬਾਂ ਨਾਲ ਪ੍ਰੇਮ ਕਰਦੇ ਨੇ। ਜਿਹੜਾ ਤੀਜੇ ਸਟੈਪ ਤੇ ਪਹੁੰਚ ਜਾਂਦਾ ਹੈ, ਉਹਨੂੰ ਮੈਂ ਤੀਜੇ ਸਟੈਪ ਦੀ ਗੱਲ ਕਰਕੇ ਅਗਲਾ ਸਟੈਪ ਦੱਸਦਾ ਕਿ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ, ਚੰਗੀਆਂ ਕਿਤਾਬਾਂ ਪੜ੍ਹ ਕੇ, ਆ ਝੋਲੇ ਵਾਲੀਆਂ ਜਿਹੜਾ ਬੈਗ ਦੀਆਂ ਕਿਤਾਬਾਂ ਪੜ੍ਹ ਕੇ ਹੀ ਤੁਸੀਂ ਅੱਗੇ ਜਾਣਾ। ਤੇ ਇਹ ਕਿਤਾਬਾਂ ਦੇ
ਬਹੁਤ ਸਾਰੇ ਸਮੀਕਰਨ ਚੋਂ ਇੱਕ ਨਿਕਲਣਾ ਤੁਹਾਡੀ ਆਪਣੀ ਕਿਤਾਬ। ਆਪਣੀ ਕਿਤਾਬ ਲਿਖਣ ਤੱਕ ਪੜ੍ਹੋ। ਗੋ ਟੂ ਦਾ PhD, ਗੋ ਟੂ ਦਾ ਲੈਵਲ ਆਫ ਡਾਕਟਰ। ਜਦੋਂ ਤੁਸੀਂ ਡਾਕਟਰ ਬਣ ਗਏ, ਜਦੋਂ ਤੁਸੀਂ ਐਜੂਕੇਸ਼ਨ ਦੇ ਡਾਕਟਰ ਬਣ ਗਏ, ਤੇ ਤੁਹਾਨੂੰ ਇੰਨਾ ਕੁ ਸਮਝ ਆ ਜਾਣਾ ਹੈ ਕਿ ਮੈਂ ਕੁਝ ਵੀ ਨਹੀਂ ਜਾਣਿਆ ਹਲੇ। ਦੁਨੀਆ ਦਾ ਬਹੁਤ ਵੱਡਾ ਫਿਨੋਮੇਨਾ ਆ, ਅਨੰਤ, ਅਗੰਮ, ਅਗੋਚਰ, ਅਲਕ ਅਪਾਰਾ, ਇਹਦੇ ਵਿੱਚੋਂ ਥੋੜਾ ਜਿਹਾ ਹੀ ਮੈਂ ਜਾਣਿਆ। ਉਹ ਜਿਹੜੀ ਚੀਜ਼ ਉਹਨਾਂ ਨੂੰ ਸੋਚ ਆਏਗੀ, ਫਿਰ ਉਹ ਕੰਮ ਆਪਣੇ ਆਪ ਨੂੰ ਤਿਆਰ ਕਰਨ ਲੱਗ ਜਾਣਗੇ, ਅਵੇਅਰਨੈਸ ਆਏਗੀ। ਔਰ ਮੇਰਾ ਇਹ ਜ਼ੋਰ ਲੱਗਾ ਹੋਇਆ ਕਿ ਚੌਥੇ ਸਟੈਪ ਤੱਕ ਉਹ ਪੜ੍ਹਨ, ਉੱਥੇ ਤੱਕ ਜਾਣ, ਕਿਉਂਕਿ ਪੰਜਾਬ ਦੇ ਵਿੱਚ ਮੈਂ ਵੀ ਫੀਲ ਕਰਦਾ ਕਿ ਪੰਜਾਬ ਪੜ੍ਹਦਾ ਨਹੀਂ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆ ਦਾ ਐਜੂਕੇਸ਼ਨ ਹੱਲ ਹੈ। ਬਿਲਕੁਲ। ਇੱਥੇ ਮਜ਼ਹਬ ਲੜ ਰਹੇ ਨੇ, ਮਜ਼ਹਬ ਇੱਕ ਦੂਏ ਨੂੰ ਕੱਟ ਵੱਢਤੇ ਹੋਏ ਨੇ, ਔਰ ਪਲੱਸ ਉਹ ਕੱਟਣੇ ਵੱਢਣੇ ਦਾ ਜਿਹੜਾ ਬੇਸਿਕ ਆ ਉਹ ਐਜੂਕੇਸ਼ਨ ਜਾਂ ਇਲਿਟਰੇਸੀ ਤੇ ਖੜਿਆ। ਐਜੂਕੇਸ਼ਨ ਦਾ ਜਿਹੜਾ ਲੈਵਲ ਤੁਸੀਂ ਕਹੀ ਜਾਂਦੇ ਹੋ, ਜਾਂ ਅਸੀਂ ਸਰਕਾਰਾਂ ਵੀ ਕਹੀ ਜਾਂਦੀਆਂ, 8ਵੀਂ ਪਾਸ ਨੂੰ ਪਹਿਲਾਂ ਤਾਂ ਇਹ ਐਜੂਕੇਟਡ ਕਹੀ ਜਾਂਦੇ, ਫਿਰ 10ਵੀਂ ਪਾਸ ਨੂੰ ਕਹਿਣ ਲੱਗੇ, ਹੁਣ +2 ਨੂੰ ਕਹਿਣ ਲੱਗੇ। ਇਹ ਕੋਈ ਐਜੂਕੇਸ਼ਨ ਨਹੀਂ ਹੈਗਾ। ਔਰ ਸਰਕਾਰੀ ਐਜੂਕੇਸ਼ਨ 'ਚ ਤਾਂ ਬੜਾ ਤਰਾਸਦੀ ਆ ਕਿ ਉਹ ਫੇਲ ਵੀ ਨਹੀਂ ਕਰਦੇ। ਪਲੱਸ ਮੇਰੇ ਕੋਲ ਇੱਦਾਂ ਦੀਆਂ, ਮੈਂ ਫੀਡਬੈਕ ਲੈਣਾ ਉਹਨਾਂ ਕੋਲੋਂ, ਇੱਦਾਂ ਦੇ ਬੱਚੇ 9ਵੀਂ 8ਵੀਂ 'ਚ ਪੜ੍ਹਦੇ ਆ ਜਿਨ੍ਹਾਂ ਦੇ ਲਿਖੇ ਹੋਏ ਲੈਟਰ ਮੇਰੇ ਕੋਲ, ਉਹਨਾਂ ਨੂੰ ਪੰਜਾਬੀ ਨਹੀਂ ਲਿਖਣੀ ਆਉਂਦੀ। ਤੇ ਉਹ ਲੈਵਲ ਦੇ ਵਿੱਚ ਕਿੱਦਾਂ ਤੁਸੀਂ ਉਹਨਾਂ ਨੂੰ ਐਜੂਕੇਟਡ ਗਿਣ ਲਓਗੇ? ਪਰ ਡੋਂਟ ਲੀਵ them alone। ਮੈਂ ਚਾਹੁੰਦਾ ਕਿ ਉਹਨਾਂ ਨੂੰ ਮੇਰੀ ਤਰ੍ਹਾਂ, ਮਤਲਬ ਫੇਲ ਕਰਦੇ ਨਹੀਂ ਤੇ ਪਾਸ ਹੋਣ ਜੋਗੀ ਮਤਲਬ ਸਟੱਡੀ ਨਹੀਂ ਕਰਾਉਂਦੇ, ਪਾਸ ਹੋਣ ਜੋਗਾ ਪੜਾਉਂਦੇ। ਯੈਸ 8ਵੀਂ ਤੱਕ ਤਾਂ ਫੇਲ ਹੀ ਨਹੀਂ ਕਰਨਾ। ਉਹਨਾਂ ਨੂੰ ਤੁਸੀਂ ਕਹਿ ਕੁਝ ਨਹੀਂ ਸਕਦੇ। ਇੱਕ ਤਰ੍ਹਾਂ ਦੇ ਮਾਂ-ਬਾਪ, ਟੀਚਰ ਮਾਂ-ਬਾਪ ਆ। ਤੁਹਾਡਾ ਸਕਸੈਸ ਰੇਟ ਕੀ ਹੈਗਾ ਜਿਹੜੀ? ਸਾਡਾ ਸਕਸੈਸ ਰੇਟ ਦੀ ਗੱਲ ਤਾਂ ਇਹ ਹੈ ਜੀ, ਮੈਂ ਇੱਕ ਨਵੋਦਿਆ ਦੀ ਕੋਚਿੰਗ ਦਿੰਦਾ ਬੱਚਿਆਂ ਨੂੰ। ਨਵੋਦਿਆ 5ਵੀਂ ਸਕੂਲ 'ਚ ਟੈਸਟ ਲੈਂਦਾ, ਉਹ CBSE ਸਿਲੇਬਸ ਹੈ। 7 ਸਾਲ ਬੱਚੇ ਨੇ ਉੱਥੇ ਹੀ ਰਹਿਣਾ ਜਿਹੜਾ ਪਾਸ ਕਰ ਗਿਆ। 7 ਜ਼ਿਲ੍ਹਿਆਂ ਦੇ ਵਿੱਚ 72 ਜਗ੍ਹਾ ਮੈਂ ਕੋਚਿੰਗ ਦੇ ਰਿਹਾ। ਤੇ ਪਿਛਲੀ ਵਾਰੀ 125 ਬੱਚਾ ਮੇਰਾ ਪਾਸ ਹੋਇਆ ਸੀ। ਹੁਣ ਰਿਜ਼ਲਟ ਆਇਆ ਰੀਸੈਂਟਲੀ 1-2 ਦਿਨ ਪਹਿਲਾਂ, ਤੇ ਮੇਰਾ ਹੁਣ ਕਾਊਂਟਿੰਗ ਬਣਿਆ। ਇੱਕ ਬੱਚੇ ਨੂੰ ਸਰ ਉਹਦੇ ਵਿੱਚ 8 ਲੱਖ ਤੋਂ 10 ਲੱਖ ਦਾ ਫਾਇਦਾ ਹੁੰਦਾ ਹੈ। 7 ਸਾਲ ਉੱਥੇ ਹੀ ਖਾਣਾ, ਉੱਥੇ ਹੀ ਰਹਿਣਾ, ਉਹਨਾਂ ਦਾ ਬਿਸਤਰਾ ਤੁਸੀਂ ਕੋਲੋਂ ਖਰਚ ਕਰ ਕਰਕੇ ਪੜਾਉਣਾ। ਅਸੀਂ ਉਹਨਾਂ ਨੂੰ ਬੁੱਕ ਵੀ ਦੇਣੀ ਆ, ਟੀਚਰ ਵੀ ਰੱਖਣਾ, ਉਹਨਾਂ ਨੂੰ ਹਰ ਛੁੱਟੀ ਵਾਲੇ ਦਿਨ ਕੋਚਿੰਗ ਦੇਣੀ ਆ, ਬੱਚਾ ਪਾਸ ਹੋ ਜਾਵੇ। ਤੇ ਲੈਣਾ ਅਸੀਂ ਸਿਰਫ ਗਰੀਬ, ਅਪਾਹਜ, ਫਾਦਰਲੈਸ, ਮਦਰਲੈਸ ਤੇ ਪੂਅਰੈਸਟ, ਇਹ 4 ਕੈਟੇਗਰੀਆਂ ਹੀ ਅਸੀਂ ਪੜਾਉਣੀਆਂ। ਜਿਹੜੇ ਬੱਚਿਆਂ ਨੇ ਡ੍ਰੌਪ ਆਊਟ ਹੋ ਜਾਣਾ ਹੈ, ਜਿਹੜੇ ਸੁਣ ਰਹੇ ਆ ਉਹ ਵੀ ਆਪਣਾ, ਜੇ ਤੁਹਾਨੂੰ ਲੱਗਦਾ ਹੈ ਕੋਈ ਇਸ ਤਰ੍ਹਾਂ ਦਾ ਤੁਹਾਡੇ ਸਾਹਮਣੇ ਕੋਈ ਬੱਚਾ ਇਸ ਤਰ੍ਹਾਂ ਦਾ ਹੈ, ਤੁਹਾਡੇ ਆਂਢ ਗੁਆਂਢ 'ਚ, ਤੁਹਾਡੇ ਪਿੰਡ 'ਚ, ਜਾਂ ਕਿਤੇ ਤੁਹਾਨੂੰ ਮਿਲਦਾ ਹੋਵੇ ਜਿਹੜਾ ਅਪਾਹਜ ਆ ਜਾਂ ਬਹੁਤ ਗਰੀਬ ਆ, ਬੇਸਹਾਰਾ ਆ, ਉਹ ਪੜ੍ਹ ਨਹੀਂ ਸਕਦਾ, ਇਸ ਕਰਕੇ ਪੜ੍ਹਨ ਦੀ ਇੱਛਾ ਹੈ ਉਹਦੀ, ਤਾਂ ਤੁਸੀਂ ਇੰਸਪੈਕਟਰ ਰਾਮਦਿਆਲ ਨਾਲ ਸੰਪਰਕ ਕਰ ਸਕਦੇ ਹੋ। ਇੰਸਪੈਕਟਰ ਰਾਮਦਿਆਲ ਇਹੀ ਕੁਛ ਕਰਦੇ ਨੇ, ਔਰ ਇਹ ਪਿੰਡ ਦੇ ਪਿੰਡ ਲੱਭਦੇ ਨੇ, ਉੱਥੋਂ ਜਾ ਕੇ ਉਹਨਾਂ ਨੂੰ ਕੋਚਿੰਗ ਦਿੰਦੇ ਨੇ, ਆਪ ਜਾ ਕੇ ਪੜ੍ਹਾਉਂਦੇ ਨੇ, ਟੀਚਰ ਰੱਖਦੇ ਨੇ, ਔਰ ਉਹਨਾਂ ਨੂੰ ਫਿਰ ਇਸ ਯੋਗ ਬਣਾਉਂਦੇ ਆ। ਇਹ ਜਿਹੜੇ ਨਵੋਦਿਆ ਦੇ ਸਕੂਲ ਹੈਗੇ ਆ, ਇਹ ਬੜੇ ਮਹੱਤਵਪੂਰਨ ਆ। ਇੱਕ ਬੱਚਾ ਜੇ ਉੱਥੇ ਪਹੁੰਚ ਗਿਆ ਤਾਂ ਸਮਝ ਲਓ ਉਹਦੇ ਤਾਂ ਕਈ ਪੀੜ੍ਹੀਆਂ ਸਵਰ ਜਾਂਦੀਆਂ। ਔਰ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਇਹਦੇ ਵਿੱਚ ਤੁਹਾਨੂੰ ਸਹਿਯੋਗ ਕੌਣ ਦੇ ਰਿਹਾ? ਅਸੀਂ ਤਿੰਨੇ ਬ੍ਰਦਰ ਆ, ਆਪਸ ਸ਼ੇਅਰ ਕਰਦੇ ਆ, ਰਿਸ਼ਤੇਦਾਰਾਂ ਤੋਂ ਮੰਗਦੇ ਆ, ਪਲੱਸ ਜਿਹੜਾ ਪਬਲਿਕ ਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਸਾਨੂੰ ਸਮਾਨ ਲੈ ਕੇ ਦੇ ਦਿਓ। ਸਾਨੂੰ ਉਹ ਕਿਤਾਬਾਂ, ਕਿਉਂਕਿ 400 ਰੁਪਏ ਦੀ ਕਿਤਾਬ ਹੈ। ਵੈਸੇ ਸਾਡਾ ਚੈਨਲ NRI ਬਹੁਤ ਦੇਖਦੇ ਆ ਜੀ। ਸਾਡਾ ਯੂਰਪ ਦੇ ਵਿੱਚ, ਕੈਨੇਡਾ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੇ ਦੇਖਣ ਵਾਲੇ ਨੇ। ਔਰ ਜਿਹੜੇ ਤੁਹਾਨੂੰ ਸੁਣ ਰਹੇ ਆ, ਮੇਰਾ ਖਿਆਲ ਹੈ ਵੀ ਉਹ ਵੀ ਜੇ ਤੁਹਾਡੇ ਨਾਲ ਸੰਪਰਕ ਕਰਨ, ਜੇ ਕੋਈ ਇਸ ਤਰ੍ਹਾਂ ਦਾ ਕੋਈ ਹੀਲਾ, ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਜਿਹੜਾ ਹੈਗਾ ਵੀ ਪੈਸੇ ਦਿਓ ਜਾਂ ਕੁਝ ਵੀ, ਸਮਾਨ ਦੇ ਦਿਓ ਬੱਚਿਆਂ ਨੂੰ ਮਤਲਬ ਹੈ ਕਿ ਜਿਹੜਾ ਆਪ ਆਇਡੈਂਟੀਫਾਈ ਕਰਕੇ ਬੱਚੇ ਬੇਸ਼ੱਕ ਛੱਡ ਕੇ ਚਲੇ ਜਾਓ, ਉਹ ਵੀ ਜ਼ਰੂਰੀ ਹੈ। ਔਰ ਅੱਛੀ ਗੱਲ ਹੈ ਜੇ ਮਤਲਬ ਤਿਨਕਾ ਜੋੜ ਕੇ ਤੁਹਾਨੂੰ ਪਤਾ ਹੈ ਕਿ ਕੁੱਲੀ ਬਣਦੀ ਹੈ, ਤੇ ਜੇ ਇਹ ਕੰਮ ਤੁਸੀਂ ਕਰ ਰਹੇ ਹੋ ਤੇ ਤੁਹਾਨੂੰ ਇਹਦੇ ਵਿੱਚ ਸਹਿਯੋਗ ਜੇ ਮਿਲੇ ਤਾਂ ਅੱਛੀ ਗੱਲ ਆ। ਸੋ ਇਹਦੇ ਵਿੱਚ ਤੁਸੀਂ 23 ਸਾਲ ਹੋ ਗਏ ਤੁਹਾਨੂੰ ਇਸ ਕੰਮ 'ਚ ਲੱਗੇ ਨੂੰ। 23 ਸਾਲ ਤੁਸੀਂ ਸਮਾਂ ਕਿਵੇਂ ਕੱਢਦੇ ਹੋ? ਸ਼ੁਰੂ ਕੀਤਾ ਸੀਗਾ ਜ਼ਿੰਮੇਵਾਰੀ ਜਿਹੜੀ ਤੁਹਾਡੀ ਸਮਾਂ। ਮੈਂ ਅਫੀਸ਼ੀਅਲ ਜੌਬ ਕਰਦਾ, ਵਿੱਚ ਜੇ 3 ਸਾਲ SHO ਵੀ ਰਿਹਾ, ਉਦੋਂ ਮੇਰੇ ਕੋਲੋਂ ਟਾਈਮ ਨਹੀਂ ਲੱਗ ਸਕਿਆ। ਪਰ ਫਿਰ ਹੁਣ ਅਫੀਸ਼ੀਅਲ ਜੌਬ ਸੈਟਰਡੇ ਸੰਡੇ ਆਫ ਹੁੰਦਾ, ਅਸੀਂ ਕਲਾਸ ਹੀ ਛੁੱਟੀ ਵਾਲੇ ਦਿਨ ਲਾਉਂਦੇ ਆ।
ਔਰ ਇੱਕ ਟੂਰ ਲਾਉਣੇ ਜਿਹੜਾ ਮਿਸ਼ਨ ਪੈਟਰੀਓਟ ਉਹਦਾ ਨਾਂ ਰੱਖਿਆ, ਸ਼ਹੀਦ ਆਜਮ ਸ਼ਹੀਦ ਭਗਤ ਸਿੰਘ ਦੇ ਪਿੰਡ ਲੈ ਕੇ ਜਾਂਦੇ ਆ, ਔਰ ਇੱਕ ਕਿਤਾਬ ਹੈ ਉਹਨਾਂ ਤੇ ਸ਼ਹੀਦ ਸੁਖਦੇਵ ਤੇ ਸ਼ਹੀਦ ਭਗਤ ਸਿੰਘ ਦੀ ਰਿਲੇਸ਼ਨਸ਼ਿਪ ਤੇ ਆ, ਉਹ ਗਵਰਨਮੈਂਟ ਆਫ ਪੰਜਾਬ ਨੇ ਵੀ ਛਾਪੀ ਸੀ ਉਹ ਕਿਤਾਬ। ਉਹ ਅਸੀਂ 4 ਦਿਨ ਪਹਿਲਾਂ ਨਿਆਣਿਆਂ ਨੂੰ ਦੇ ਦਿੰਦੇ ਆ, ਪੜ੍ਹੋ। ਉਹਦੇ ਉੱਤੇ ਕੁਇਜ਼ ਕੰਟੈਸਟ ਕਰਾਉਂਦੇ ਆ ਕਿ ਕਿੱਦਾਂ ਜ਼ਿੰਦਗੀ ਚੱਲਦੀ ਆ। ਸਾਡਾ ਮੇਨ ਮੋਟਿਵ ਉਹਦੇ 'ਚ ਆ ਕਿ ਆਪਣੇ ਤੋਂ ਬਾਹਰ ਦੁਨੀਆ ਲਈ ਸੋਚਣਾ ਹੈ, ਨੋਟ ਕਿ ਅਸੀਂ ਕੁਝ ਕਰਨਾ, ਅਸੀਂ ਇੱਕ ਜਾਨਵਰ ਦੀ ਤਰ੍ਹਾਂ ਹੀ ਖਾਣਾ ਪੀਣਾ ਤੇ ਮਰ ਜਾਣਾ, ਬਟ ਦੁਨੀਆ ਲਈ ਜੀਣਾ ਜਿੱਦਾਂ ਉਹ ਜੀਏ ਆ। ਦੁਨੀਆ ਲਈ ਭਗਤ ਸਿੰਘ ਨੇ, ਸ਼ਹੀਦ ਸੁਖਦੇਵ, ਹੋਰ ਲੋਕ ਜੀਂਦੇ ਨੇ ਜਿਹੜੇ ਉਹ ਦੁਨੀਆ ਲਈ ਜੀਂਦੇ ਨੇ, ਤਾਂ ਕਿੱਦਾਂ ਦੇ ਆਈਡੀਆ ਹੁੰਦੇ ਨੇ ਉਹਨਾਂ ਦੇ। ਉਹਦੇ ਉੱਤੇ ਅਸੀਂ ਜਿਹੜਾ ਹੈਗਾ ਇੱਕ ਡੈਕਲਾਮੇਸ਼ਨ ਕੰਟੈਸਟ ਕਰਾਉਂਦੇ ਆ, ਅੱਜ ਦਾ ਦੇਸ਼ ਭਗਤ ਦੇਸ਼ ਲਈ ਕੀ ਕਰੇ, ਉਹ ਚੋਂ ਉਹ ਆਈਡੀਏ, ਫਿਰ ਉਹਨਾਂ ਦਾ ਇੱਕ ਅਸੀਂ ਰਿਟਨ ਟੈਸਟ ਲੈਂਦੇ ਆ ਤੁਰਨ ਲੱਗਿਆ। ਇਹ ਸਾਰੇ ਦਿਨ ਦਾ ਸਾਡਾ ਪ੍ਰੋਗਰਾਮ ਹੁੰਦਾ, ਸਵੇਰ ਤੋਂ ਸ਼ਾਮ ਤੱਕ ਉਹਨਾਂ ਨੂੰ ਲਿਜਾਣਾ, ਖਿਲਾਉਣਾ, ਪਿਲਾਉਣਾ, ਬਟ ਉਹ ਜਿਹੜਾ ਦਿੰਦੇ ਨੇ ਸਾਨੂੰ ਲਿਖ ਕੇ, ਦੈਟ ਇਜ਼ ਵੈਲਿਊਏਬਲ ਫॉर ਅਸ। ਉਹਨੂੰ ਅਸੀਂ ਕੰਪਾਈਲ ਕਰਾਉਂਦੇ ਆ, ਕੰਪਾਈਲ ਕਰਾਉਣ ਤੋਂ ਬਾਅਦ ਫਿਰ ਉਹ ਪੜ੍ਹਦੇ ਆ, ਤੇ ਪੜ੍ਹ ਕੇ ਉਹਨਾਂ ਨੂੰ ਨੰਬਰਿੰਗ ਕਰਕੇ ਜਿਹੜਾ ਫਸਟ ਸੈਕੰਡ ਥਰਡ ਪਿਛਲੇ 10 ਬੱਚੇ ਕੱਢਦੇ ਆ। 10 ਬੱਚਿਆਂ ਨੂੰ ਫਿਰ ਅਸੀਂ ਸਾਰੇ ਸਾਲ ਦਾ ਪ੍ਰੋਗਰਾਮ, ਸਾਰੇ ਸਾਲ ਦੀ ਸਪੋਰਟ ਕਰਨੀ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਹੁਸ਼ਿਆਰ ਬੱਚੇ ਜਿਹੜੇ ਆ, ਜਿਹੜੇ ਦੂਸਰਿਆਂ ਲਈ ਜੀਣਾ ਚਾਹੁੰਦੇ ਆ, ਦੂਸਰਿਆਂ ਲਈ ਕੁਝ ਕਰਨਾ ਚਾਹੁੰਦੇ ਆ, ਉਹ ਕਰ ਸਕਣ, ਉਸ ਆਈਡੀਏ ਨੂੰ ਫਲਰਿਸ਼ ਕਰਨਾ। ਐਵੇਂ ਆਈਡੀਅਲ ਬਣਾਉਣੇ ਉਹਨਾਂ ਨੇ, ਆਈਡੀਅਲ ਬਣਾਉਣੇ। ਫਿਰ ਚਲੋ ਇਹ ਸੋਚੋ ਦੁਨੀਆ ਬਾਰੇ, ਆਲੇ ਦੁਆਲੇ ਬਾਰੇ ਸੋਚੋ। ਸਾਡੇ ਬਾਬਿਆਂ ਨੇ ਇਹੀ ਸਾਨੂੰ ਕਿਹਾ ਹੈ, ਤੇ ਪੜ੍ਹਾਈ ਉਦ ਤੱਕ ਨਾ ਛੱਡੋ ਜਦ ਤੱਕ ਤੁਸੀਂ ਮਰਦੇ ਨਹੀਂ ਹੈ, ਪੜ੍ਹਦੇ ਰਹੋ। ਕਿਉਂਕਿ ਪੰਜਾਬ, ਕੇਰਲਾ 'ਚ ਤੁਸੀਂ ਚਲ ਜਾਓ, ਬੰਗਾਲ 'ਚ ਚਲ ਜਾਓ, ਹਰ ਬਜ਼ੁਰਗ ਦੀ, ਹਰ ਬੇਬੇ ਦੀ ਆਪਣੀ ਅਲਮਾਰੀ ਹੈ। ਸਾਡੇ ਪੰਜਾਬ 'ਚ ਕੋਈ ਕਿਤਾਬ ਹੀ ਨਹੀਂ ਪੜ੍ਹਦਾ, ਤੇ ਅਸੀਂ ਉੱਥੇ ਇਹੀ ਉਹਨਾਂ ਨੂੰ ਕਹਿ ਰਹੇ ਹਾਂ ਬਾਰ-ਬਾਰ, ਅਲੱਗ-ਅਲੱਗ ਪ੍ਰੋਗਰਾਮ ਤੋਂ ਉਹਨਾਂ ਕੋਲੋਂ ਦਰਖਤ ਵੀ ਲਵਾ ਰਹੇ ਹਾਂ ਅਸੀਂ, ਹਰੜ, ਬਹੇੜਾ, ਆਂਵਲਾ, ਨਿੰਬੂ, ਨਿੰਮ, ਅਰਜੁਨ ਤੇ ਬਿੱਲ। ਜਿਹ 'ਚ ਹਰੜ ਲੱਗ ਨਹੀਂ ਰਿਹਾ, ਇਹ ਬਹੇੜਾ, ਨਿੰਬੂ, ਨਿੰਮ, ਅਰਜੁਨ ਤੇ ਬਿੱਲ, ਇਹ ਦਰਖਤ ਉਹਨਾਂ ਕੋਲੋਂ, ਬੱਚਿਆਂ ਕੋਲੋਂ, ਉਹਨਾਂ ਦੇ ਘਰਾਂ 'ਚ ਲਵਾਉਂਦੇ ਆ। ਅਗਲੇ ਸਾਲ ਉਹ ਫੋਟੋ ਲਿਆਏਗਾ ਸਾਡੇ ਲਈ, ਤੇ ਅਸੀਂ ਉਹਨੂੰ 1 ਸਾਲ ਦਾ ਸਟੇਸ਼ਨਰੀ ਦਾ ਸਮਾਨ ਦੇਵਾਂਗੇ। ਐਵੇਂ ਦੇ ਸਾਡੇ ਪ੍ਰੋਗਰਾਮ ਹੈ ਕਿ ਇਹ ਸਮਾਜ ਇੱਕ ਦੂਏ ਨਾਲ ਜੁੜ ਜਾਵੇ, ਇੱਕ ਦੂਏ ਨੂੰ ਸਮਝੇ, ਔਰ ਆਪਣਾ ਸੈਲਫ ਇੰਟਰੋਸਪੈਕਸ਼ਨ ਦੇ ਵਿੱਚ ਜਾ ਕੇ ਦੂਸਰਿਆਂ ਲਈ ਕਿੱਦਾਂ ਜੀਆ ਜਾ ਸਕਦਾ, ਇਹ ਆਈਡੀਆ ਲੱਭੇ, ਇੱਕ ਨਵੇਂ ਸਮਾਜ ਦੀ ਸਿਰਜਣਾ ਕਰੇ। ਤਾਂ ਇਹ ਜਿਹੜਾ ਤੁਹਾਡੇ, ਤੁਸੀਂ ਜਿਹੜਾ 23 ਸਾਲ ਤੋਂ ਲਗਾਤਾਰ ਤੁਸੀਂ ਲੱਗੇ ਹੋਏ ਹੋ ਆਪਣੇ ਇਸ ਉਪਰਾਲੇ 'ਚ ਜੀ, ਹੁਣ ਤੱਕ ਕੋਈ ਤੁਹਾਡਾ ਇਸ ਤਰ੍ਹਾਂ ਦੇ ਕੋਈ ਵਿਦਿਆਰਥੀ ਜਿਹੜੇ ਅੱਗੇ ਪਹੁੰਚੇ ਹੋਣ? ਬਿਲਕੁਲ ਬਿਲਕੁਲ, ਕਈ 100 ਵਿਦਿਆਰਥੀ ਆ ਜਿਨ੍ਹਾਂ ਦੀ ਮੈਂ ਮਤਲਬ ਕਈ ਵਾਰੀ ਉਹਨਾਂ ਦੀ ਇੰਟਰਵਿਊ ਵੀ ਹੋਈ ਹੈ। ਇੱਕ ਬੱਚਾ ਆ ਜਿਹੜਾ ਕਿ ਡਿੱਗ ਪਿਆ ਸੀ ਛੱਤ ਤੋਂ, 10ਵੀਂ 'ਚ ਪੜ੍ਹਦਾ ਸੀ, ਉਹ ਛੱਤ ਤੋਂ ਡਿੱਗ ਪਿਆ ਥੱਲੇ ਸਕੂਲ 'ਚ, ਤੇ ਉਹ ਸਕੂਲ ਵਾਲਿਆਂ ਨੇ ਵਿਚਾਰਿਆਂ ਨੇ ਉਹਨੂੰ ਘਰ ਭੇਜ ਦਿੱਤਾ, ਉਹਦੀ ਰੀੜ ਦੇ, ਉਹਨੂੰ ਮੈਂ ਠੀਕ ਕਰਵਾਇਆ। ਉਹ ਬੱਚਾ ਇਸ ਵੇਲੇ BSc ਕਰਨ ਤੋਂ ਬਾਅਦ ਹੁਣ B.Ed ਕੀਤੀ, ਉਹਨੂੰ ਨੌਕਰੀ ਵੀ ਮਿਲ ਗਈ ਹੈ। 127 ਬੱਚਿਆਂ ਨੂੰ ਪੜ੍ਹਾ ਰਿਹਾ ਉਹ, ਵਾਹ, ਟਿਊਸ਼ਨ। ਕਾਲੇਵਾਲ ਭਗਤਾਂ ਦਾ ਅਵਤਾਰ ਨਾਂ ਦਾ ਮੁੰਡਾ ਹੈ, ਵਾਹ ਵਾਹ ਵਾਹ, 127 ਬੱਚਿਆਂ ਨੂੰ ਫ੍ਰੀ ਪੜ੍ਹਾ ਰਿਹਾ। ਔਰ ਮੈਨੂੰ ਪਿਛਲੇ ਸਾਲ ਜਦੋਂ ਮੈਂ ਭਗਤ ਸਿੰਘ ਦੇ ਪਿੰਡ ਪ੍ਰੋਗਰਾਮ ਕਰ ਰਿਹਾ, ਮੈਨੂੰ ਉਹਦਾ ਫੋਨ ਆਇਆ, ਉਹ ਹਰ ਵੇਲੇ ਨਾਲ ਹੁੰਦਾ ਮੇਰੇ ਪ੍ਰੋਗਰਾਮਾਂ 'ਚ, ਉਹ ਮੈਨੂੰ ਕਹਿੰਦਾ ਸਰ ਇਸ ਵਾਰੀ ਮੈਂ ਕੁਛ, ਮੈਨੂੰ ਸੇਵਾ ਲਾਓ, ਮੈਂ ਕੁਛ ਕਰਨਾ ਚਾਹੁੰਦਾ, ਦਾਨ। ਮੇਰਾ ਨਾ ਉਹਦੀ ਗੱਲ ਸੁਣ ਕੇ ਫੋਨ ਤੇ ਨਿੱਚੜ ਗਿਆ। ਮੈਂ ਕਿਹਾ ਯਾਰ, ਮੇਰੇ ਅੰਦਰ ਤਾਰ ਘੁੰਮ ਗਈ। ਮੈਂ ਕਿਹਾ ਯਾਰ, ਮੈਂ ਤੂੰ ਕਰੀ ਜੋ ਕਰੀ, ਪਰ ਮੈਂ ਕਰਨਾ ਕਿ ਉਸ ਨੂੰ ਫਿਰ ਉਸ ਦਾ ਚੀਫ ਗੈਸਟ ਬਣਾਇਆ। ਵਾਹ ਵਾਹ ਵਾਹ। ਮੈਂ ਕਿਹਾ ਤੂੰ ਮੇਰਾ ਚੀਫ ਗੈਸਟ ਆ, ਤੂੰ ਮੇਰੇ ਤੋਂ ਵੀ ਉੱਪਰ ਸੋਚਣ ਲੱਗ ਪਿਆ। ਬਹੁਤ ਕੁੜੀਆਂ ਜਿਹੜੀਆਂ ਸਾਡੇ ਕੋਲੇ ਪੜ੍ਹੀਆਂ 5ਵੀਂ 'ਚ, +2 ਕਰਕੇ ਆਈਆਂ, B.Ed BSc ਕਰ ਰਹੀਆਂ, ਕੁਛ MSc ਕਰ ਰਹੀਆਂ, ਸਾਡੀਆਂ ਹੀ ਟੀਚਰ ਨੇ, ਉਹੀ ਹੁਣ ਪੜ੍ਹਾ ਰਹੀਆਂ ਨੇ ਲਗਨ ਨਾਲ। ਇੱਕ ਕੁੜੀ ਆ ਸਾਡੇ ਇੱਥੇ ਬਜਵਾੜਾ ਪਿੰਡ ਆ ਹੁਸ਼ਿਆਰਪੁਰ ਦੇ ਕੋਲੇ, ਉਹ ਕੁੜੀ ਦੇ ਵੱਧ ਤੋਂ ਵੱਧ ਬੱਚੇ ਪਾਸ ਕਰਾਉਂਦੀ ਆ। ਉਹ ਅਸੀਂ ਉਹਨੂੰ ਪੈਸੇ ਵੀ ਧੱਕੇ ਨਾਲ ਦਿੰਦੇ ਆ, ਅਸੀਂ ਪੈਸੇ ਵੈਸੇ ਥੋੜ੍ਹੇ ਦਿੰਦੇ, 5000 ਰੁਪਏ ਦਿੰਦੇ ਆ, ਪਰ ਉਹ ਕਹਿੰਦੀ ਆ ਸਰ ਮੈਨੂੰ ਤੁਸੀਂ ਬਣਾਉਣ ਵਾਲੇ ਹੋ। ਔਰ ਇੱਦਾਂ ਦੇ ਬੱਚੇ 17 ਬੱਚੇ ਸਾਡੇ ਕੋਲ ਪੜ੍ਹਾ ਰਹੇ ਨੇ ਹੁਣ। ਵਾਹ ਵਾਹ, ਅੱਛਾ। ਅੱਜ ਮੈਨੂੰ ਫੋਨ ਆਇਆ, ਡੇਰਾਬੱਸੀ ਕੁੜੀ, ਜਿਹੜੇ ਤੁਹਾਡੇ ਤਿਆਰ ਕੀਤੇ ਹੋਏ, ਸਾਡੇ ਤਿਆਰ 5ਵੀਂ 'ਚ ਅਸੀਂ ਪੜ੍ਹਾਏ, ਉਹ ਪਾਸ ਹੋ ਗਏ, ਉਹ +2 ਕਰਕੇ ਆ ਗਏ ਨਵੋਦਿਆ ਤੋਂ, ਉਹ ਸਾਡੇ ਕੋਲ ਹੀ ਹੁਣ ਕੋਚਿੰਗ ਦੇਣ। ਵਾਹ ਵਾਹ ਵਾਹ। ਰਜਨੀ ਕੁੜੀ ਆ ਇੱਥੇ ਡੇਰਾਬੱਸੀ ਦੀ, ਕੱਲ ਹਾਲੇ ਰਿਜ਼ਲਟ ਆਇਆ, ਤੇ ਉਹਨੇ ਉਸ ਲਈ ਹਾਲੇ ਅਸੀਂ ਉਹਨੂੰ ਲਿਸਟ ਵੀ ਨਹੀਂ ਭੇਜੀ ਸੀ ਰਿਜ਼ਲਟ ਦੀ, ਤੇ ਉਹ 7 ਬੱਚਿਆਂ ਦੇ ਉਹਨੂੰ ਫੋਨ ਵੀ ਆ ਗਿਆ ਸੀ ਵੀ ਸਰ ਅਸੀਂ ਮੈਡਮ। ਇਹ ਉਹ ਬੱਚੇ ਆ ਜਿਹੜੇ ਜਾਂ ਤਾਂ ਸਰੀਰਕ ਤੌਰ ਤੇ ਕੋਈ ਅੰਗ ਗਵਾ ਚੁੱਕੇ ਆ, ਜਾਂ ਫਿਰ
ਜਿਨ੍ਹਾਂ ਦੇ ਕੋਈ ਸਿਰ ਤੇ ਨਹੀਂ ਹੈ, ਮਾਂ-ਬਾਪ ਨਹੀਂ ਹੈ, ਜਾਂ ਫਿਰ ਗਰੀਬੀ ਖੁਣੋਂ ਜਿਹੜੇ ਬੱਚੇ ਰੁੱਲ ਜਾਣੇ ਸੀ, ਇਹ ਉਹਨਾਂ ਦੀ ਗੱਲ ਕਰ ਰਹੇ ਨੇ ਇੰਸਪੈਕਟਰ ਰਾਮਦਿਆਲ, ਜਿਹੜੇ ਇਹਨਾਂ ਦੀ ਸੰਸਥਾ ਦੇ ਵਿੱਚੋਂ ਪੜ੍ਹ ਕੇ ਅੱਗੇ ਜਾ ਕੇ ਨਵੋਦਿਆ ਦੇ ਵਿੱਚ ਐਜੂਕੇਸ਼ਨ ਲਈ, ਸਿੱਖਿਆ ਲਈ, ਔਰ ਫਿਰ ਆ ਕੇ ਉਹ ਖੁਦ ਸੇਵਾ ਕਰ ਰਹੇ ਔਰ ਬੱਚਿਆਂ ਨੂੰ ਉਹੀ ਬਿਲਕੁਲ ਉਸੇ ਲੀਹਾਂ ਤੇ, ਉਸੇ ਪਦ ਚਿੰਨ੍ਹਾਂ ਤੇ ਚੱਲ ਰਹੇ ਨੇ ਜਿਹੜਿਆਂ ਤੇ ਚੱਲ ਕੇ ਉਹਨਾਂ ਨੂੰ ਇੰਸਪੈਕਟਰ ਰਾਮਦਿਆਲ ਉਹਨਾਂ ਨੇ ਕਾਮਯਾਬ ਬਣਾਇਆ। ਤੋ ਇਹ ਜਿਹੜੀ ਤੁਹਾਨੂੰ ਇਹ ਬੜੀ ਫਖਰ ਵਾਲੀ ਗੱਲ ਆ, ਤੁਹਾਨੂੰ ਬੜਾ ਸਕੂਨ ਮਿਲਦਾ ਹੋਣਾ ਆ, ਤੁਹਾਨੂੰ ਊਰਜਾ ਵੀ ਮਿਲਦੀ ਹੋਣੀ ਜੇ ਤੁਸੀਂ ਆਪਣੇ ਇਸ ਤਰ੍ਹਾਂ ਦੇ ਕੰਮ ਯਾਦ ਕਰਦੇ ਹੋ। ਤਾਂ ਇਹ ਜਿਹੜਾ ਤੁਹਾਡਾ ਸਰੀਰਕ ਤੌਰ ਤੇ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਹੈ, ਦੁਖਦ ਘਟਨਾ ਜਿਹੜੀ ਤੁਹਾਡੀ, ਜਿਹਦੇ ਵਿੱਚ ਤੁਹਾਡੀਆਂ ਦੋਨੋਂ ਲੱਤਾਂ ਚਲੀਆਂ ਗਈਆਂ, ਉਸ ਤੋਂ ਬਾਅਦ ਫਿਰ ਪੁਲਿਸ ਦੀ ਨੌਕਰੀ ਦੇ ਵਿੱਚ ਦੌੜ ਭੱਜ ਦਾ ਕੰਮ ਹੁੰਦਾ ਹੈ ਹਮੇਸ਼ਾ, ਇਹਦੇ ਵਿੱਚ ਤੁਹਾਨੂੰ ਕੀ ਮੁਸ਼ਕਲਾਂ ਆਈਆਂ, ਕੀ ਰੁਕਾਵਟਾਂ ਆਈਆਂ, ਕੋਈ ਤੁਹਾਡੀ ਤਰੱਕੀ ਦੇ ਵਿੱਚ ਕੋਈ ਮੁਸ਼ਕਲ ਪੇਸ਼ ਆਈ ਹੋਵੇ, ਕੋਈ ਤਾਇਨਾਤੀ ਦੇ ਵਿੱਚ ਤੁਹਾਨੂੰ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ, ਇਹ ਵੀ ਤੁਹਾਨੂੰ ਸੰਘਰਸ਼ ਕਰਨਾ ਪਿਆ ਹੋਵੇਗਾ? ਬੇਸਿਕਲੀ ਮੈਂ ਜੋ ਆਪਣਾ ਮੇਰਾ ਸੈਲਫ ਇੰਟਰੋਸਪੈਕਸ਼ਨ ਜਾਂ ਮੇਰਾ ਦਿਮਾਗ ਜੋ ਕਹਿੰਦਾ ਹੈ ਕਿ ਸਾਡੇ ਏਸ਼ੀਆ ਦੇ ਵਿੱਚ ਡਿਸੇਬਲ ਬੰਦੇ ਦੀ ਇੰਨੀ ਕੋਈ ਕਦਰ ਨਹੀਂ, ਜਾਂ ਕਹਿ ਲਓ ਉਹਦੀ ਰਿਸਪੈਕਟ ਨਹੀਂ ਹੈ, ਔਰ ਇਹ ਏਸ਼ੀਆ ਦਾ ਹੀ ਟ੍ਰੈਂਡ ਹੈ। ਯੂਰਪੀਅਨ ਲੋਕ ਡਿਸੇਬਲ ਬੰਦੇ ਦੀ ਥੋੜੀ ਰਿਸਪੈਕਟ ਕਰਦੇ ਨੇ, ਤੇ ਇਹ ਤਾਂ ਝੱਲਣਾ ਹੀ ਪੈਂਦਾ, ਇੱਥੇ ਲੋਕ ਧੱਕਾ ਮਾਰ ਕੇ ਵੀ ਲੰਘ ਜਾਂਦੇ ਨੇ। ਤੇ ਜਿਹੜੀ ਗੱਲ ਹੈਗੀ ਆ, ਪ੍ਰਮੋਸ਼ਨ 'ਚ ਮੈਂ ਕਦੇ ਲੇਟ ਨਹੀਂ ਹੋਇਆ, ਤੇ ਸਾਡੇ ਇੱਥੇ ਵੈਕੈਂਸੀਆਂ ਹੀ ਘੱਟ ਨੇ ਚੰਡੀਗੜ੍ਹ ਪੁਲਿਸ 'ਚ, ਤੇ ਸਾਡੇ ਨਾਲ ਦੇ ਪੰਜਾਬ ਦੇ ਵਿੱਚ SP ਵੀ ਬਣੇ ਹੋਏ ਨੇ। ਮੈਂ 91 ਦੇ ਵਿੱਚ ASI ਭਰਤੀ ਹੋਇਆ ਸੀ, ਉੱਥੇ ਮੁੰਡੇ ਕਈ 91 ਦੇ SP ਵੀ ਨੇ, ਬਟ ਇੱਥੇ ਸਾਡੇ ਛੋਟੀ ਫੋਰਸ ਹੈ ਤੇ ਮੈਂ ਇੰਸਪੈਕਟਰੀ ਵਾਲੇ, ਬਟ ਇਟਸ ਓਕੇ। ਹੁਣ ਤਾਂ 4.5 ਸਾਲ ਮੇਰੀ ਨੌਕਰੀ ਰਹਿ ਗਈ ਆ, ਤੇ ਮੈਨੂੰ ਇਹੀ ਲਾਹਾ ਜਿਹਾ ਲੱਗਿਆ ਰਹਿੰਦਾ ਕਿ ਯੰਗ ਮਤਲਬ ਕਿ 4 ਸਾਲ ਹੋਏ ਆ। ਮਦਨ ਜੀ ਤੁਹਾਡੀ ਇਹ ਜ਼ਰਾ ਨਵਾਜ਼ੀ ਹੈ ਬੇਸਿਕਲੀ, ਕਿ ਮੈਂ ਇਹ ਚਾਹੁੰਦਾ ਜਾਂ ਮੇਰੇ ਮਨ ਨੂੰ ਲੱਗਦਾ ਹੈ ਆਉਂਦੇ ਜਾਂਦੇ ਸੋਚ ਚੱਲਦੀ ਰਹਿੰਦੀ ਹੈ ਕਿ ਉਹ ਅੰਮ੍ਰਿਤ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਾਵਰ ਹੈ, ਉਹ ਸ਼ਕਤੀ ਦਿੰਦਾ ਹੈ, ਉਹ ਅੰਮ੍ਰਿਤ ਦੇ ਵਿੱਚ ਮਤਲਬ ਰਿਹਾ ਜਾਵੇ, ਉਹਨੂੰ ਸੋਚਿਆ ਜਾਵੇ, ਉਹਨੂੰ ਹੋਰ ਅੱਗੇ ਉਹਨਾਂ ਬੱਚਿਆਂ ਦੇ ਘਰਾਂ ਤੱਕ ਪਹੁੰਚ ਕੇ ਉਹਨਾਂ ਦੀ ਜ਼ਿੰਦਗੀ ਨੂੰ ਫੀਲਿੰਗ 'ਚ ਲਿਆਂਦਾ ਜਾਵੇ। ਕਿਉਂਕਿ ਜਿਹੜੀ ਚੰਡੀਗੜ੍ਹ ਦੀ ਪੁਲਿਸ ਆ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ ਸਿੱਧੀ। ਬਿਲਕੁਲ ਬਿਲਕੁਲ। ਤੋ ਇਹ ਡਿਊਟੀ ਜਿਹੜੀ ਲੱਗੀ ਸੀ ਤੁਹਾਡੀ UNO ਦੇ ਵਿੱਚ, ਉਹ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਵੱਲੋਂ ਲਾਈ ਗਈ। ਜੀ ਜੀ ਬਿਲਕੁਲ। ਉੱਥੇ ਤੁਹਾਡੀ ਸਿਲੈਕਸ਼ਨ ਹੋਈ, ਤੁਹਾਨੂੰ ਭੇਜਿਆ ਗਿਆ। ਇਹ ਜਿਹੜਾ ਹਾਦਸਾ ਵਾਪਰਿਆ, ਇਸ ਤੋਂ ਬਾਅਦ ਤੁਹਾਨੂੰ ਕੋਈ ਸਪੈਸ਼ਲ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਦਿੱਤਾ? ਫਿਰ ਉਸ ਤੋਂ ਬਾਅਦ ਤੁਹਾਡੀ ਲਾਈਫ ਨੂੰ ਜੇ ਆਪਾਂ ਕਹੀਏ ਤਾਂ ਮੁੜ ਵਸੇਬੇ ਦੇ ਵਾਸਤੇ ਕਿ ਇਹ ਇੱਕ ਨਵਾਂ ਜੀਵਨ ਇਹਨਾਂ ਨੂੰ ਸ਼ੁਰੂ ਕਰਨਾ ਪੈ ਰਿਹਾ? ਬੇਸਿਕਲੀ ਮੈਂ ਇਸ ਚੀਜ਼ ਨੂੰ ਵਰਦਾਨ ਸਮਝਦਾ ਕਿ ਉਹ ਮੈਨੂੰ ਰਿਟਾਇਰ ਕਰ ਸਕਦੇ ਸੀ, ਡਿਸੇਬਲ ਦੇ ਕਹਿੰਦੇ, ਉਹਨਾਂ ਨੇ ਰਿਟਾਇਰ ਨਹੀਂ ਕੀਤਾ ਮੈਨੂੰ। ਇਹ ਮੈਂ ਬਹੁਤ ਵੱਡਾ ਵਰਦਾਨ ਸਮਝਦਾ, ਔਰ ਅੱਜ ਤੱਕ ਨੌਕਰੀ ਕਰ ਰਿਹਾ ਕਿਉਂਕਿ ਨੌਕਰੀ ਹੀ ਮੇਰਾ ਵੱਡਾ ਸਹਾਰਾ ਹੈ। ਪਰ ਹੁਣ ਜਿਹੜਾ ਸਹਾਰਾ ਮੇਰਾ ਐਕਚੁਅਲੀ 'ਚ ਬਣਦਾ ਜਾ ਰਿਹਾ ਉਹ ਬੱਚਿਆਂ ਦੀ ਫੀਡਬੈਕ ਹੈ, ਉਹਨਾਂ ਦਾ ਜਿਹੜਾ ਇੱਕ ਕਹਿ ਲਓ ਰਿਵਾਊਂਡ ਹੋ ਕੇ ਜੋ ਮਿਲਦਾ ਮੈਨੂੰ, ਉਹ ਅੰਮ੍ਰਿਤ ਆ। ਬਟ ਰਿਟਾਇਰਮੈਂਟ ਲੱਗ ਗਏ ਆ, ਜੀਵਾਂਗੇ ਉਸ ਲਾਈਫ ਨੂੰ ਸ਼ਾਨ ਨਾਲ ਜੀਣਾ ਚਾਹੁੰਦਾ ਮੈਂ, ਕਿ ਉਹਨਾਂ ਤੱਕ ਹੋਰ ਵੱਧ ਤੋਂ ਵੱਧ ਪਹੁੰਚਾਂ, ਵੱਧ ਤੋਂ ਵੱਧ ਦੋਸਤਾਂ ਨੂੰ ਪਾਰਦਰਸ਼ਤਾ ਲਈ ਵੀ ਮੇਰੇ ਕੰਮ ਕਰਨ 'ਚ ਤੇ ਸਮਾਜ 'ਚ ਇਹ ਟਰਾਂਸਪੇਰੈਂਸੀ ਰਹੇ। ਉਹਦੇ ਲਈ ਮੈਂ ਇਹੀ ਕੀਤਾ ਹੋਇਆ ਕਿ ਸਮਾਨ ਸਾਨੂੰ ਕੋਈ ਲੈ ਕੇ ਦੇਵੇ, ਅਸੀਂ ਸਮਾਨ ਅੱਗੇ ਦਿਆਂਗੇ। ਸਾਡਾ ਖਾਤਾ ਵੀ ਨਹੀਂ ਕੋਈ ਜ਼ਿਆਦਾ, ਨਾ ਸਾਡਾ ਕੋਈ ਆਫਿਸ ਹੈ, ਨਾ ਸਾਡਾ ਕੋਈ EMPLOYEE ਆ, ਆਪ ਅਸੀਂ ਦੌੜ ਭੱਜ ਕੇ ਕਰੀ ਜਾਂਦੇ ਹਾਂ। ਪਰ ਤੁਹਾਡਾ ਲਿਟਰੇਚਰ ਨਾਲ ਬੜਾ ਮਤਲਬ ਹੈ, ਪੰਜਾਬੀ ਲਿਟਰੇਚਰ ਨਾਲ ਤੁਹਾਡਾ ਬਹੁਤ। ਬਿਲਕੁਲ, ਮੈਂ ਪੰਜਾਬ ਬੁੱਕ ਹਾਊਸ ਤੇ ਬੈਠਾ ਰਹਿੰਦਾ, ਤੁਹਾਨੂੰ ਹੋਰ ਜਿਹੜੇ ਸੱਜਣ ਆ ਉੱਥੇ ਸਾਰੇ ਮਿਲਦੇ ਆ, ਤੇ ਏਦਾਂ ਦੀਆਂ ਜਿਹੜੀਆਂ ਹੈਗੀਆਂ ਪੜਾਕੂ ਜਗ੍ਹਾ ਉਹ ਪੰਜਾਬ 'ਚ ਹੋਣੀਆਂ ਚਾਹੀਦੀਆਂ। ਕਵਿਤਾਵਾਂ ਵੀ ਤੁਸੀਂ ਖੁਦ ਵੀ ਲਿਖਦੇ ਹੋ? ਮੈਂ ਲਿਖਦਾ, ਕਹਾਣੀ ਲਿਖਦਾ, ਤੇ ਮੇਰੀ ਛਪੀ ਆ ਕਹਾਣੀ ਜਗਬਾਣੀ 'ਚ ਵੀ, ਹੋਰ ਅਖਬਾਰਾਂ 'ਚ ਵੀ। ਬਟ ਬੇਸਿਕਲੀ ਮੈਂ 7 ਕਿਤਾਬਾਂ ਹੁਣ ਤੱਕ ਪੰਜਾਬ ਤੇ ਪੜ੍ਹ, 7ਵੀਂ ਕਿਤਾਬ ਇਹਨਾਂ ਨੇ ਲੋਕ ਗੀਤ ਪ੍ਰਕਾਸ਼ਨ ਵਾਲਿਆਂ ਨੇ ਲਿਖੀ ਜਿਹੜੀ ਸਪਤ ਸਿੰਧੂ, ਉਹ ਪੜ੍ਹ ਰਿਹਾ। ਪੰਜਾਬ ਦੇ ਤੇ ਪੰਜਾਬ ਦੇ ਸਿਸਟਮ ਨੂੰ ਜਾਣਨ ਦੀ ਮੇਰੀ ਬਹੁਤ ਜ਼ਿਆਦਾ, ਮੈਂ ਕੰਮ ਵੀ ਪੰਜਾਬ 'ਚ ਹੀ ਕਰਦਾ। ਹੁਣ ਮੈਂ 9 ਜ਼ਿਲ੍ਹਿਆਂ 'ਚ ਸਟਾਰਟ ਕਰਨਾ ਹੈ ਕੰਮ। ਬਟ ਇਹ ਇੱਕ ਇੱਦਾਂ ਦਾ ਏਰੀਆ, ਰੀਜਨ ਆ ਜਿੱਥੇ ਦੇ ਲੋਕ ਵੱਖਰੇ ਨੇ, ਜਿੱਥੇ ਹਯਾ, ਜਿੱਥੇ ਗੈਰਤ ਅਲੱਗ ਤਰ੍ਹਾਂ ਦੀ ਆ ਹਿੰਦੁਸਤਾਨ ਤੋਂ, ਜਿੱਥੇ ਦੇ ਲੋਕ ਅੰਬੀਸ਼ੀਅਸ ਨੇ, ਕੁਝ ਕਰਨਾ ਚਾਹੁੰਦੇ ਆ, ਕਰਨਾ ਮਤਲਬ ਬਹੁਤ ਜ਼ਿਆਦਾ ਅੰਬੀਸ਼ੀਅਸ ਨੇ, ਪਰ
ਉਹ ਜੜ੍ਹਾਂ ਦੇ ਵਿੱਚ ਉੱਥੇ ਹੀ ਮੈਨੂੰ ਜੋ ਲੱਭਿਆ, ਦੇਖੋ ਮੈਂ ਭੁਗਤ ਗਿਆਨ ਤੋਂ ਹੀ ਬੋਲ ਰਿਹਾ ਕਿ ਮੈਂ ਇੱਕ ਗਰੀਬ ਬੱਚਾ ਜਿਹਨੂੰ ਸ਼ਾਮ ਨੂੰ ਰੋਟੀ ਨਹੀਂ ਸੀ ਮਿਲਦੀ ਆਸ, ਉਥੋਂ ਉੱਠ ਕੇ ਮੈਂ UNO ਤੱਕ ਪਹੁੰਚਿਆ ਤੇ ਸਿਰਫ ਐਜੂਕੇਸ਼ਨ ਕਰਕੇ। ਮੈਂ ਉਹ ਸੁਨੇਹਾ ਹੀ ਉਹਨਾਂ ਨੂੰ ਦੇ ਰਿਹਾ। ਹੁਣ ਵੀ ਤੁਸੀਂ ਕੈਨੇਡਾ ਜਾਂਦੇ ਨੇ ਜਿਹੜੇ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਉੱਥੇ ਕੀ ਹੋ ਰਿਹਾ ਤੁਹਾਨੂੰ ਪੁੱਛਦੇ ਨੇ, ਉਹ ਕੀਤਾ ਕੀ ਆ ਤੂੰ, ਲਿਆ ਨਾ ਕਿੰਨੇ % ਨੰਬਰ ਆ, ਜਾਂ ਤੂੰ ਕਰ ਕੀ ਸਕਦਾ, ਜਾਂ ਤੇਰਾ ਪ੍ਰੋਫੈਸ਼ਨਲਿਜ਼ਮ ਕੀ ਆ ਤੇਰੇ 'ਚ। ਤੇ ਜਿਹੜੇ ਲੇਟ ਕੇ ਜਾਂਦੇ ਨੇ ਵੱਡ ਟੱਪ ਕੇ, ਉਹਨਾਂ ਦਾ ਤਾਂ ਚਲੋ ਅੱਜ ਤੋਂ ਬਹੁਤ ਲੰਬਾ ਇਤਿਹਾਸ ਰਿਹਾ, ਪਰ ਅਸਲ ਦੇ ਵਿੱਚ ਤੁਹਾਡੀ ਪੁੱਛਗਿੱਛ, ਤੁਹਾਡੀ ਇੱਜ਼ਤ, ਤੁਹਾਡਾ ਜਿਹੜਾ ਲੈਵਲ ਆ ਉਹ ਫਿਕਸ ਕਰਨਾ ਐਜੂਕੇਸ਼ਨ ਨੇ। ਤੁਹਾਨੂੰ ਸਮਾਜ ਦੇ ਵਿੱਚ ਜੇ ਇੱਜ਼ਤ ਦਿਵਾਉਣੀ ਆ, ਸਟੇਟਸ ਫਿਕਸ ਹੋਣਾ ਹੈ, ਤੇ ਐਜੂਕੇਸ਼ਨ ਤੇ ਹੋਣਾ ਹੈ। ਮੈਂ ਉਹਨਾਂ ਨੂੰ ਇਹੀ ਗੱਲ ਸਿਖਾ ਰਿਹਾ ਕਿ ਮੈਂ ਜੇ UNO ਤੱਕ ਜਾ ਸਕਦਾ, ਤੁਸੀਂ ਬਹੁਤ ਹੋਰ ਸੰਸਥਾਵਾਂ ਬਣ ਰਹੀਆਂ ਨੇ, ਬਹੁਤ ਨਵੇਂ ਫੇਸ ਖੁੱਲ ਰਹੇ ਨੇ, ਔਰ ਐਜੂਕੇਸ਼ਨ ਹੀ ਮੇਨ ਸਟਰੀਮ ਆ। ਪੜ੍ਹ ਲਓ। ਨਾਨਕ ਬਾਬੇ ਨੂੰ ਵੀ ਸਮਝਣਾ ਹੈ ਤਾਂ ਤੁਹਾਨੂੰ ਪੜ੍ਹਨਾ ਪੈਣਾ। ਤੁਹਾਨੂੰ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਨਹੀਂ ਵਿਚਾਰ ਬਣਨੇ, ਤੁਹਾਨੂੰ ਆਪ ਲੱਭਣਾ ਪੈਣਾ। ਇਹਦਾ ਮਤਲਬ ਹੁਣ ਤਾਂ ਤੁਹਾਡੇ ਮੋਹਰੇ ਡਿਕਸ਼ਨਰੀ ਪਈ ਆ, ਜਦੋਂ ਮਰਜ਼ੀ ਖੋਲ ਕੇ, ਜਿਹਦਾ ਮਤਲਬ ਉਹ ਲਿਖਣਾ ਕੀ ਚਾਹੁੰਦਾ ਹੈ, ਉਹ ਕਹਿਣਾ ਕੀ ਚਾਹੁੰਦਾ। ਬਾਬਾ ਸਾਡੇ 36 ਬਾਬੇ ਜਿਹੜੇ ਗੁਰਬਾਣੀ ਦੇ ਵਿੱਚ ਬੈਠੇ ਆ, ਉਹ ਕਹਿਣਾ ਕੀ ਚਾਹੁੰਦੇ, ਉਹਨਾਂ ਦੇ ਇਕੱਠੇ ਹੋਣ ਦਾ ਮਤਲਬ ਕੀ ਸੀ, ਨਾਨਕ ਬਾਬੇ ਦਾ ਇਕੱਠੇ ਕਰਨ ਦਾ ਮਤਲਬ ਕੀ ਸੀ। ਅਸੀਂ ਉਹ ਤੋਂ ਕੋਹਾਂ ਪਿੱਛੇ ਆ ਤੇ ਅਸੀਂ ਲੜਨ ਲੱਗ ਪਏ ਹੋਏ ਆ। ਇੱਕ ਮਜ਼ਹਬ ਦੂਜੇ ਮਜ਼ਹਬ ਨੂੰ ਕਿਲ ਕਰਨ ਦੇ ਚੱਕਰ 'ਚ ਆ, ਮਤਲਬ ਇੱਕ ਤੋਂ ਨਫ਼ਰਤ ਵੱਧ ਰਹੀ ਹੈ ਪਿੰਡਾਂ ਦੇ ਵਿੱਚ। ਉਹ ਮਾਹੌਲ ਹੁਣ ਨਹੀਂ ਰਿਹਾ। ਮੈਂ ਹਮੀਰ ਸਿੰਘ ਜੀ ਨੂੰ ਵੀ ਉਹ ਕੰਮ ਕਰ ਰਹੇ ਨੇ ਉਹਦੇ ਤੇ, ਜਿਹੜੀ ਪੰਚਾਇਤ ਦੇ ਵਿੱਚ ਇੱਕ ਛੋਟੀ ਪੰਚਾਇਤ ਹੈ ਜਿਹਨੂੰ ਗ੍ਰਾਮ ਸਭਾ ਕਹਿੰਦੇ ਆ, ਪਰ ਗ੍ਰਾਮ ਸਭਾਵਾਂ 'ਚ ਲੜਾਈਆਂ ਨੇ। ਗ੍ਰਾਮ ਸਭਾ ਵਿੱਚ ਹੋ ਕੀ ਰਿਹਾ, ਉਹ ਗ੍ਰਾਮ ਸਭਾ ਵਾਲੇ ਨਹੀਂ ਮਿਲ ਕੇ ਬੈਠ ਰਹੇ, ਉਹ ਕਹਿੰਦਾ ਇੱਧਰ ਦੀ, ਮਤਲਬ ਉਹ ਚੀਜ਼ ਖਤਮ ਤਾਂ ਹੋਣੀ ਆ। ਐਜੂਕੇਸ਼ਨ ਹਜ਼ਾਰਾਂ ਸਮੱਸਿਆਵਾਂ ਦਾ ਹੱਲ ਹੈ ਸਰ, ਹਜ਼ਾਰਾਂ ਸਮੱਸਿਆਵਾਂ ਦਾ ਹੱਲ ਹੈ। ਇਹ ਤੁਹਾਨੂੰ ਖੋਲ੍ਹੇਗਾ ਤੁਹਾਡੇ ਦਿਮਾਗ ਨੂੰ, ਤੁਹਾਡੇ ਮਾਨਸਿਕ ਤੌਰ ਨੂੰ। ਸਾਡੀ ਮਾਨਸਿਕ, ਜਿਹਨੂੰ ਕਹਿੰਦੇ ਸਾਈਕੋਲੋਜੀਕਲ ਡਿਵੈਲਪਮੈਂਟ ਹੋਏਗੀ। ਸਾਨੂੰ ਨੌਕਰੀ ਲਈ ਨਹੀਂ ਪੜ੍ਹਨਾ, ਜਿਉਣ ਲਈ ਪੜ੍ਹਨਾ ਹੈ। ਹੁਣ ਜਿਹੜੀ ਪੜ੍ਹਾਈ ਆ ਰਹੀ ਹੈ, ਚਿੱਪ ਦੀ ਪੜ੍ਹਾਈ ਆ ਰਹੀ ਆ, ਤਾਈਵਾਨ ਕਿਉਂ ਮਤਲਬ ਲੜਾਈ ਦੇ ਵਿੱਚ ਆ ਰਿਹਾ, ਇਸ ਕਰਕੇ ਹੋ ਰਿਹਾ ਕਿ ਹੁਣ ਸਾਡੀ ਬਿਮਾਰੀਆਂ ਵੀ ਉਹਨਾਂ ਨੇ ਸਾਹਮਣੇ ਚਿੱਪ ਤੋਂ ਦੇਖ ਲਿਆ ਕਰਨੀਆਂ। ਹੁਣ ਪੜ੍ਹਨਾ ਜ਼ਿੰਦਗੀ ਜਿਉਣ ਲਈ ਲਾਜ਼ਮੀ ਆ, ਜ਼ਰੂਰੀ ਹੋ ਗਿਆ। ਬਿਲਕੁਲ। ਤੇ ਲੈਵਲ ਪੜ੍ਹਾਈ ਦਾ ਆ ਨਹੀਂ ਹੈਗਾ ਜਿਹੜਾ ਅਸੀਂ ਲੱਭਦੇ ਫਿਰਦੇ ਆ। ਗ੍ਰੈਜੂਏਸ਼ਨ ਕਰ ਲਈ, ਮੈਂ ਆਹ ਸਬਜੈਕਟਾਂ ਨਾਲ, ਜਿਹੜਾ ਮਰਜ਼ੀ ਮੇਰੇ ਦੋਸਤ ਨੇ ਰੱਖ ਲਏ, ਮੈਂ ਵੀ ਉਹੀ ਸਬਜੈਕਟ ਰੱਖ ਲਿਆ, ਇਦਾਂ ਨਹੀਂ ਹੋਣਾ। ਹੁਣ ਤਾਂ ਤੁਹਾਡੀ ਬੁੱਕਤ, ਤੁਹਾਡੀ ਅੰਦਰਲੀ ਲਿਆਕਤ ਜਿਹੜੀ ਤੁਸੀਂ ਜਨਰੇਟ ਕਰ ਸਕਦੇ, ਜਿਹਨੂੰ ਵਧਾ ਸਕਦੇ ਹੋ, ਤੁਹਾਡੇ ਅੰਦਰ ਕਿਹੜੀ ਪਾਵਰ ਆ ਜਿਹਨੂੰ ਤੁਸੀਂ ਵਧਾਇਆ, ਬਿਲਕੁਲ ਨੇਚਰਲ ਸਟਰੈਂਥ ਨੂੰ, ਉੱਥੇ ਹੀ ਤੁਹਾਡੀ ਐਜੂਕੇਸ਼ਨ ਆ, ਉੱਥੇ ਹੀ ਤੁਹਾਡੀ ਸਟਰੈਂਥ ਆ। ਬਹੁਤ ਮਿਹਰਬਾਨੀ, ਥੈਂਕ ਯੂ, ਬਹੁਤ ਸ਼ੁਕਰੀਆ। ਨਾਈਸ ਟੂ ਇੰਸਪੈਕਟਰ ਰਾਮਦਿਆਲ, ਇਹ ਬਹੁਤ ਮਹੱਤਵਪੂਰਨ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਕੀਤੀਆਂ, ਬਹੁਤ ਮਹੱਤਵਪੂਰਨ ਹੈ। ਬਿਲਕੁਲ ਇਹ ਸੱਚ ਆ ਕਿ ਜੇ ਤੁਹਾਡੇ ਕੋਲ ਵਿੱਦਿਆ ਨਹੀਂ, ਜੇ ਤੁਹਾਡੇ ਕੋਲ ਸਿੱਖਿਆ ਨਹੀਂ, ਜੇ ਤੁਸੀਂ ਪੜ੍ਹੇ ਨਹੀਂ, ਤਾਂ ਤੁਸੀਂ ਭੁੱਲ ਜਾਓ ਕਿ ਚੰਗਾ ਜੀਵਨ ਜਿਉ ਸਕਦੇ ਹੋ। ਔਰ ਇੱਕ ਇਨਸਾਨ ਜਿਸ ਦੀਆਂ ਦੋਨੋਂ ਲੱਤਾਂ ਚਲੀਆਂ ਜਾਣ, ਔਰ ਸਿੱਖਿਆ ਜਿਹੜੀ ਐਜੂਕੇਸ਼ਨ ਹੈ ਉਸ ਦੀਆਂ ਲੱਤਾਂ ਬਣ ਜਾਏ ਔਰ ਉਸ ਨੂੰ ਜੀਵਨ ਦੇ ਤਾਂ ਉਹ ਤੁਹਾਨੂੰ ਸੱਚ ਦੱਸ ਰਹੇ ਆ, ਉਹ ਖੁਦ ਅਮਲ ਵਿੱਚ ਸਿੱਖਿਆ ਨੂੰ ਜੀਵੇ ਆ। ਸੋ ਬਹੁਤ ਸ਼ੁਕਰੀਆ ਇੰਸਪੈਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਵੀ ਬਹੁਤ ਸ਼ੁਕਰੀਆ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਸ ਕਰਕੇ ਤੁਸੀਂ ਬਣੇ ਰਹੋ ਸਾਂਝਾ TV ਨਾਲ। ਮੈਨੂੰ ਦਿਓ ਇਜਾਜ਼ਤ, ਬਹੁਤ ਧੰਨਵਾਦ।